मार्कुस 16 ਦੀ 16 ਜਿਹੜਾ ਉਸ ਉੱਤੇ ਨੇਚਾ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਦਾ, ਪਰ ਜਿਹੜਾ ਨੇਚਾ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁੱਕਿਆ। ਜਿਹੜਾ ਨੀਚਾ ਕਰੇ ਤੇ ਬਸਮਾ ਲਵੇ, ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮ ਲਵੇ ਉਹ ਬਚਾਇਆ ਜਾਵੇਗਾ। ਹਮੇਸ਼ਾ ਦਾ ਵਚਨ ਕਹਿੰਦਾ ਉਹ ਬਚਾਇਆ ਜਾਵੇਗਾ। ਪਰ ਜਿਹੜਾ ਪ੍ਰਤੀਤ ਨਾ ਕਰੇ, ਜਿਹੜਾ ਵਿਸ਼ਵਾਸ ਨਹੀਂ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਅਤੇ ਨੀਚਾ ਕਰਨ ਵਾਲੇ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ, ਜਿਹੜੇ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਪਰਮੇਸ਼ਵਰ ਕੋਈ ਨਾ ਕੋਈ ਨਿਸ਼ਾਨ ਜ਼ਰੂਰ ਦਊਗਾ। ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਜ਼ਰੂਰ ਉਹਨਾਂ ਦੇ ਨਾਲ ਪਰਮੇਸ਼ਵਰ ਵੱਡੇ ਚੀਜ਼ਾਂ ਦੇ ਕੰਮ ਕਰੂਗਾ। ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਯਾਦ ਰੱਖੋ ਪਰਾਈ ਭਾਗਾਂ ਤੱਕ ਉਹਨਾਂ ਦੇ ਜੀਵਨ ਵਿੱਚ ਆ ਸਕਦੀਆਂ ਉਹ ਸੱਪਾਂ ਨੂੰ ਚੁੱਕ ਲੈਣਗੇ। ਔਰ ਯਾਦ ਰੱਖੋ ਜ਼ਹਿਰੀਲੇ ਸੱਪਾਂ ਨੂੰ ਉਹ ਫੜ ਸਕਦੇ ਨੇ। ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਅਗਰ ਉਹਨਾਂ ਦੇ ਅੰਦਰ ਅਚਾਨਕ ਕੋਈ ਜ਼ਹਿਰੀਲੀ ਚੀਜ਼ ਚਲੀ ਜਾਵੇ ਤਾਂ ਉਹਨਾਂ ਦਾ ਕੁਝ ਵਿਚਰੇਗਾ ਨਹੀਂ, ਔਰ ਉਹਨਾਂ ਦਾ ਕੋਈ ਵਿਗਾੜ ਨਾ ਕਰ ਸਕੇ। ਉਹ ਰੋਗ ਤੇ ਹੱਥ ਰੱਖਣਗੇ और याद रखो वो बहुत सारी रोगियों को हाथ भी रख सकते ਤਾਂ हैं ਉਹ ਚੰਗੇ ਹੋ ਜਾਣਗੇ। और लिखा रोगी चंगे हो जाने हालेलुया हालेलुया और उसके अपने सामने ग्रहण करांगे तो हम बहुत तैयार एक बड़ा साधारण संदेश हम बहुत सारी बरकत दे पानी की हंसी आ रही विश्वास करता हाँ कि आज सारी जिंदगी एक बहुत बड़ा दिन है। असं बहुत बड़ा दिन को कहते हाँ क्योंकि लिखा हफ्ते का पहला दिन विश्वासियों के लिए बहुत खास है। हालेलुया विश्वासियों के लिए की है बहुत खास है, इसलिए कि इस वचन के नाल यीशु मसीह ने कहा इंसान रोटी नाल नहीं बल्कि खुदा के जिंदे वचन नाल की रहेगा जिंदा रहेगा। हालेलुया हालेलुया आज असी मैं जानता हाँ कि प्रभु के वचन में लिखा है तुसी नाशवान चीज़ों के लिए मेहनत काहनू करो, किस लिए करते हो। हालेलुया जिहड़ियां तुहानूं पता है कि नाश हो जाने वाली, पर फिर भी प्रभु का वचन कह रहा है कि हर एक चीज़ के लिए परमेश्वर प्रबंध करता है। कीड़ियां वाल गाड़ियां वाल और पशु पक्षियों वाल देखो परमेश्वर उनका भी करता है बंदोबस्त। हालेलुया तो बड़े साथ हो गए अपने अखों बंद करांगे और एक प्रार्थना करांगे बड़े काश के लिए एक छोटी गवाही उन्होंने जीवन को सुनांगे फिर अभी वचन आगे लेके चलांगे 2 मिनट के लिए सुनांगे कोई गवाही सुनांगे बड़े काश में खड़े हो तुम खड़े हो जिन्होंने खड़े हो भी और खड़े हो सब फैमिली खड़ी हो जिन्होंने जीवन से परमेश्वर ने बीते दिनों के अंदर बेटे को चंगा किया है और काफ़ी अमाउंट जी है उन्होंने अपने खर्च कर चुके हैं परमिशन आशीष मैं वचन लैन वाला बस विश्वास तो ही असं अगे बढ़ांगे और इस अं गवाही भी लिया है साथ में मेरे भैनों ते मेरे भाईओ मैं अपनी जिंदगी च बड़े बड़े दुख देखे आ, क्योंकि दस नहीं मैं सकता जिन्ने को मैं दुख देखे अज के दिनों का कोई दुख देखन दिया पर मैं बदलिया नहीं। दुनिया बदल जाती है यार इन्ना दुख आ गया मैं किधर जावा किधर ना जावा, पर मैं नहीं अपनी मनो तोड़ा करजाई हो गया किसी भैन भरा को रिश्तेदार को अज के दिनों तक मैं 10 रुपये नहीं मंगे। मैं इन्ना ही शुक्र करना कि खुदा तक मेरी कमाई के बरकत पा मैं ना दीन हो सकता एक बच्चे ने भी अपने करोड़ों रुपये लाए मैं कट कट के अज परमेश्वर ने तुहाडे देखा खड़ा किया था। तो 1.5-2 ਲੱਖ ਦੇ ਵਿੱਚ 1.5-2 ਲੱਖ ਦੇ ਕਰੀਬ
ਕੀ ਪ੍ਰੋਬਲਮ ਕੀ ਸੀ ਇਹਨੂੰ? ਇਹਨੂੰ ਲੀਵਰ ਦੀ ਪ੍ਰੋਬਲਮ ਸੀ ਸਰ। ਲੀਵਰ ਦੇ ਅੰਦਰ ਸੋਲਿਡ ਸੀ, ਸਵੈਲਿੰਗ ਸੀ ਔਰ ਲੀਵਰ ਦੇ ਅੰਦਰ ਪ੍ਰੋਬਲਮ ਸੀ। ਪਰਮੇਸ਼ਰ ਨੇ ਜਦੋਂ ਕੰਮ ਕੀਤਾ ਤੇ ਸਿੱਖਤ ਦੇ ਜੀ ਇੱਥੇ ਹੀ ਹੱਲ ਇਹਦਾ ਬੰਦੋਬਸਤ ਕੀਤਾ ਹੀ ਡਾਕਟਰ। ਹਾਲੇਲੂਇਆ। ਪਰਮੇਸ਼ਰ ਡਾਕਟਰ ਦੇ ਵਿੱਚ ਹੋ ਕੇ ਗੱਲਬਾਤ ਕਰਦਾ ਵਾ। ਆਮੀਨ। ਹਾਲੇਲੂਇਆ। ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਆਪਣੇ ਭੈਣ ਭਰਾਵਾਂ ਦੇ ਬੜੀ ਬੇਨਤੀ ਕਰਨਾ ਕਿ ਮੇਰੇ ਪਰਿਵਾਰ ਤੇ ਦੁਆ ਕਰੋ। ਰਹਿੰਦੀ ਥੋੜੀ ਪਰੇਸ਼ਾਨੀ ਤੋਂ ਮਾਰੀ ਜਾਓ। ਪ੍ਰਵਾਸ਼ਿਤ ਕਰ ਸਕਦੇ ਹੋ। ਹਾਲੇਲੂਇਆ। ਅਸੀਂ ਵਿਸ਼ਵਾਸ ਦੇ ਉੱਤੇ ਆ ਰਹੇ ਹਾਂ ਔਰ ਮੈਂ ਆਹਿਸਤਾ ਆਹਿਸਤਾ ਵਚਨ ਨੂੰ ਅੱਗੇ ਵਧਾ ਰਿਹਾ ਹਾਂ ਔਰ ਮੈਂ ਚਾਹੁੰਦਾ ਹਾਂ ਕਿ ਇਹ ਸਾਰੀਆਂ ਗੱਲਾਂ ਤੁਹਾਡੇ ਜੀਵਨ ਦੇ ਅੰਦਰ ਤੁਸੀਂ ਦੇਖ ਰਹੇ ਹੋ ਕਿ ਇੱਕ ਪਿਤਾ ਕਿਸ ਤਰ੍ਹਾਂ ਆਪਣੇ ਜੀਵਨ ਦੇ ਅੰਦਰ ਵਿਲਕ ਰਿਹਾ ਸੀ ਕਿ ਮੇਰਾ ਪੁੱਤਰ 2-2.5 ਲੱਖ ਰੁਪਇਆ 1.5-2 ਲੱਖ ਰੁਪਇਆ ਲਾਤਾ। ਅਸੀਂ ਕਮਲ ਦੇ ਕੋਲੋਂ ਸੁਣਿਆ ਔਰ ਕਮਲ ਨੇ ਦੱਸਿਆ ਕਿ ਮੈਂ ਵੀ ਕਾਫੀ ਪੈਸੇ ਲਗਾ ਚੁੱਕਿਆ ਹਾਂ 2-2.5-3 ਲੱਖ ਰੁਪਏ ਤੱਕ ਵੀ 3-4 ਉਹਨਾਂ ਦੇ ਫਾਦਰ ਕਹਿ ਰਹੇ ਨੇ ਔਰ ਆਪ ਵੀ ਕਹਿ ਰਹੇ ਨੇ ਕਿੰਨੇ ਕੁ ਪੈਸੇ ਲੱਗ ਚੁੱਕੇ। ਹਾਲੇਲੂਇਆ। ਪਰ ਸਵਾਲ ਇਹ ਆ ਕਿ ਉਹ ਵਿਸ਼ਵਾਸ ਕਿੱਥੇ ਸੀ? ਉਹ ਵਿਸ਼ਵਾਸ ਕਿੱਥੇ ਸੀ ਜਦੋਂ ਉਹ ਧਰਤੀ ਦੇ ਉੱਤੇ ਸੀਗੇ ਔਰ ਸਾਰੀਆਂ ਗੱਲਾਂ ਜਿਹੜੀਆਂ ਮਤਲਬ ਚਾਹੁੰਦੇ ਸਨ ਕਿ ਇਸ ਤਰ੍ਹਾਂ ਹੋ ਜਾਏ, ਇਸ ਤਰ੍ਹਾਂ ਹੋ ਜਾਏ, ਚੰਗਾ ਹੋ ਜਾਏ, ਪਰ ਚੰਗਾ ਕਿਉਂ ਨਹੀਂ ਸੀ ਹੋ ਰਿਹਾ? ਹਾਲੇਲੂਇਆ। ਸਾਡੇ ਯੁੱਗ ਦਾ ਨਬੀ ਕਹਿੰਦਾ ਇੱਕ ਭੈਣ ਬੜਾ ਜ਼ੋਰ ਮਾਰਦੀ ਆ। ਹਾਲੇਲੂਇਆ। ਕਿ ਮੇਰੀ ਬੇਟੀ ਨੂੰ ਕੀ ਕਰਦੇ ਤੂੰ ਚੰਗਾ, ਪਰ ਬਾਰ-ਬਾਰ ਆਉਂਦੀ ਉਹਦੇ ਕੋਲ। ਔਰ ਨਬੀ ਪਰਮੇਸ਼ਰ ਦੇ ਗਾੜੀ ਇਹ ਗੱਲ ਕਹਿੰਦਾ ਆ ਕਿ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਭੈਣ ਮੈਨੂੰ ਬਾਰ-ਬਾਰ ਕਹਿ ਰਹੀ ਮੈਂ ਚੰਗੀ ਹੋਣਾ ਚਾਹੁੰਦੀ ਹਾਂ, ਮੈਂ ਚੰਗੀ ਹੋਣਾ ਚਾਹੁੰਦੀ ਹਾਂ ਔਰ ਮੇਰੀ ਬੇਟੀ ਬਿਮਾਰ ਹੈ ਔਰ ਮੈਨੂੰ ਚੰਗਾ ਕਰ ਦੇ, ਮੇਰੀ ਬੇਟੀ ਨੂੰ ਚੰਗਾ ਕਰ ਦੇ, ਮੈਨੂੰ ਸਮਝ ਨਹੀਂ ਲੱਗ ਰਹੀ। ਮੈਂ ਪ੍ਰੇਅਰ ਕਰਦਾ ਹਾਂ ਔਰ ਇਹ ਚੰਗੀ ਨਹੀਂ ਹੋ ਰਹੀ। ਹਾਲੇਲੂਇਆ। ਪਰਮੇਸ਼ਰ ਨੇ ਇੱਕ ਸਾਈਡ ਇਫੈਕਟ ਦੱਸਿਆ। ਉਸਨੇ ਕਿਹਾ, ਖੁਦਾ ਨੇ ਕਿਹਾ ਬਿਲੀ ਇਸ ਕਰਕੇ ਨਹੀਂ ਚੰਗੀ ਹੋ ਰਹੀ ਕਿਉਂਕਿ ਉਸਦੇ ਪਤੀ ਦੇ ਨਾਲ ਇਸਦੇ ਸੰਪਰਕ ਸਹੀ ਨਹੀਂ ਹੈ। ਆਮੀਨ ਆਮੀਨ। ਹਾਲੇਲੂਇਆ। ਵਿਸ਼ਵਾਸ ਦੇ ਵਿੱਚ ਕਮੀ ਆ, ਇਸਦੇ ਵਿਸ਼ਵਾਸ ਦੇ ਅੰਦਰ ਕਮੀ ਆ ਔਰ ਇਹ ਕਿਤੇ ਨਾ ਕਿਤੇ ਘਾਟੇ ਦੇ ਅੰਦਰ ਆ। ਇਸੇ ਕਰਕੇ ਇਹ ਕੀ ਹੋ ਰਹੀ ਆ, ਚੰਗੀ ਨਹੀਂ ਹੋ ਰਹੀ। ਹੁਣ ਕਮਲ ਨੂੰ ਬੜਾ ਵਿਸ਼ਵਾਸ ਕਰਦੇ ਸੀ ਕਿ ਸ਼ਾਇਦ ਡਾਕਟਰ ਨੂੰ ਚੰਗਾ ਕਰ ਦੇਵੇ, ਸ਼ਾਇਦ ਕੋਈ ਬਾਬਾ ਧਾਗਾ ਤਵੀਰ ਚੰਗਾ ਕਰ ਦੇਵੇ, ਪਰ ਕਿਸੇ ਵੀ ਚੀਜ਼ ਨੇ ਉਹਨੂੰ ਕੀ ਕੀਤਾ, ਚੰਗਾ ਨਹੀਂ ਕੀਤਾ। ਉਹ ਕਹਿੰਦੇ ਸਨ ਅਸੀਂ ਡੇਰਿਆਂ ਦੇ ਵਿੱਚ ਬੜੀ ਸੇਵਾ ਕੀਤੀ ਹੈ। ਮੈਂ ਹੁਣ ਵੀ ਕਮਲ ਦੇ ਕੋਲ ਝਾੜੂ ਮਰਵਾ ਰਿਹਾ ਸੀ, ਉਹਨੂੰ ਝਾੜੂ ਨਹੀਂ ਫੜਨਾ ਆ ਰਿਹਾ, ਉਹਨੂੰ ਝਾੜੂ ਨਹੀਂ ਫੜਨਾ ਆ ਰਿਹਾ ਸੀ। ਮੈਂ ਕਿਹਾ ਕਮਲ ਜੀ ਇੱਥੇ ਝਾੜੂ ਮਾਰੋ, ਸੇਵਾ ਕਰੋ, ਵਿਸ਼ਵਾਸ ਰੱਖੋ ਪਰਮੇਸ਼ਰ ਨੇ ਤੁਹਾਨੂੰ ਚੰਗਾ ਕਰਤਾ ਆ ਤੇ ਹੁਣ ਚਰਚ ਦੀ ਸੇਵਾ ਕਰੋ, ਅੱਗੇ ਵਧੋ। ਤੇ ਝਾੜੂ ਨਹੀਂ ਸੀ ਮਾਰਨਾ। ਕਹਿੰਦਾ ਪਾਸਟਰ ਜੀ ਮੈਂ ਕਦੀ ਝਾੜੂ ਨਹੀਂ ਫੜਿਆ। ਉਹ ਝਾੜੂ ਅੱਗਿਓਂ ਨਹੀਂ ਫੜਨ ਰਿਹਾ ਸੀ। ਉਹ ਮੈਂ ਹੋਰ ਹੀ ਤਰ੍ਹਾਂ ਦੇਖਣ ਡਿਆ। ਮੈਂ ਕਿਹਾ ਬੰਦਾ ਨਾ ਬਹੁਤਾ ਹੀ ਜ਼ਿਆਦਾ ਮੇਰੇ ਕੋਲ ਕਿਤੇ ਸੇਵਾ ਕਰ ਗਿਆ ਦਾ, ਇਹਨੂੰ ਝਾੜੂ ਨਹੀਂ ਮਾਰਨਾ ਹੁੰਦਾ। ਬਾਕੀ ਬਾਬਿਆਂ ਨੇ ਭੂੰਜਿਆਂ ਨੇ ਸਭ ਕੁਝ ਸਿਖਾਇਆ, ਬਸ ਝਾੜੂ ਮਾਰਨਾ ਨਹੀਂ ਸਿਖਾਇਆ। ਪੈਸੇ ਲੈਣੇ ਸਿਖਾਏ, ਧਾਗੇ ਬੰਨਣੇ ਸਿਖਾਏ, ਬੁੱਤ-ਪ੍ਰਸਤੀ ਕਰਨੀ ਸਿਖਾਈ, ਬਸ ਸੇਵਾ ਕਰਨੀ ਨਹੀਂ ਸਿਖਾਈ। ਮੈਂ ਕਿਹਾ ਜਿੱਥੇ ਪਿਆਜ਼ ਛਿੱਲੋ, ਟਮਾਟਰ ਛਿੱਲੋ, ਸੇਵਾ ਕਰੋ ਰੱਬ ਦੀ। ਹਾਲੇਲੂਇਆ। ਤੁਹਾਡੇ ਅੰਦਰ ਵਿਸ਼ਵਾਸ ਉਤਪੰਨ ਹੋਵੇ ਕਿ ਮੈਂ ਜਿਸ ਘਰ ਦੇ ਵਿੱਚ ਪਰਮੇਸ਼ਰ ਦੀ ਸੇਵਾ ਕਰ ਰਿਹਾ ਉਹ ਮੇਰਾ ਸਾਮਰਥੀ ਪਰਮੇਸ਼ਰ ਇਸ ਭਵਨ ਦੇ ਵਿੱਚ ਆ। ਹਾਲੇਲੂਇਆ। ਤੇ ਮੇਰੀ ਤੇ ਮੇਰੇ ਪਰਿਵਾਰ ਦੀ ਕੀ ਕਰੇਗਾ, ਰੱਖਿਆ ਕਰੇਗਾ। ਔਰ ਯੂਹੰਨਾ ਦੀ ਇੰਜੀਲ ਦੇ ਅੰਦਰ ਚੱਲਦੇ ਹਾਂ ਫਿਰ ਦੁਬਾਰਾ ਤੋਂ ਉਸ ਲਿਖਤ ਨੂੰ ਪੜ੍ਹਦੇ ਹਾਂ ਤੇ ਅੱਗੇ ਵਧਦੇ ਹਾਂ। ਉਸ ਤੇ ਨੀਚਾ ਕਰਦਾ ਹੈ, ਜਿਹੜਾ ਕਿਤੇ ਨੀਚਾ ਕਰਦਾ ਹੈ, ਪੜ੍ਹੀਏ ਫਿਰ ਦੁਬਾਰਾ ਤੋਂ। ਜਿਹੜਾ ਉਸ ਉੱਤੇ ਨੀਚਾ ਕਰਦਾ ਹੈ, ਜਿਹੜਾ ਉਸ ਉੱਤੇ ਨੀਚਾ ਕਰਦਾ। ਹਾਲੇਲੂਇਆ। ਅੱਜ ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਆ ਉਹ ਵੀ ਫੇਲ ਹੋ ਰਹੇ ਨੇ। ਹਾਲੇਲੂਇਆ। ਉਹ ਵੀ ਫੇਲ ਹੋ ਰਹੇ ਨੇ, ਪਰ ਕਿਸ ਤਰ੍ਹਾਂ ਫੇਲ ਹੋ ਰਹੇ ਨੇ? ਜਿੱਦਾਂ ਇੱਕ ਮਾਸਟਰ ਇੱਕ ਬੱਚੇ ਨੂੰ ਪੜਾਉਂਦਾ, ਕਲਾਸ ਤੇ ਲੈਂਦਾ ਉਹਦੀ, ਤੇ ਉਹ ਬੱਚਾ ਉਹਦੀ ਸੁਣਦਾ ਨਹੀਂ। ਹਾਲੇਲੂਇਆ। ਤੇ ਟੀਚਰ ਆਪਣੇ ਸਿਰ 'ਚ ਮੱਥੇ ਨੂੰ ਮਾਰਦੀ ਹੱਥ, ਮੈਂ ਇਸ ਬੱਚੇ ਨੂੰ ਬੜਾ ਮੱਥਾ ਮਾਰਿਆ ਪਰ ਇਹਦੇ ਪੱਲੇ ਕੁਛ ਨਹੀਂ ਪੈਂਦਾ, ਇਹਨੂੰ ਕੁਛ ਘਰ ਪੜਾਇਆ ਕਰੋ। ਤੇ ਘਰ ਦੇ ਭਲਾ ਕਿੱਦਾਂ ਦੇ ਆ? ਘਰ ਦੇ ਪੜਾਉਂਦੇ ਨਹੀਂ ਆ, ਧਿਆਨ ਨਹੀਂ ਦਿੰਦੇ। ਤੁਸੀਂ ਜਦੋਂ ਘਰ ਜਾ ਕੇ ਕਲਾਸ ਨੂੰ ਦੁਬਾਰਾ ਬੱਚੇ ਨੂੰ ਨਹੀਂ ਲਵੋਗੇ, ਦੁਬਾਰਾ ਆਪਣੇ ਬੱਚੇ ਨੂੰ ਨਹੀਂ ਸਿਖਾਓਗੇ, ਦੁਬਾਰਾ ਆਪਣੇ ਆਪ ਨੂੰ ਫੇਰ ਦੁਬਾਰਾ ਤੋਂ ਨਹੀਂ ਸਿਖਾਓਗੇ, ਤੇ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਹਾਂ ਤੁਸੀਂ ਸਦਾ ਲਈ ਫੇਰ ਹੀ ਰਹੋਗੇ, ਕਦੇ ਪਾਸ ਨਹੀਂ ਹੋ ਸਕਦੇ। ਆਮੀਨ ਆਮੀਨ। ਮੈਂ ਕੱਲ੍ਹ ਇੱਕ ਆਦਮੀ ਮੈਨੂੰ ਕਹਿ ਰਿਹਾ ਸੀ, ਪਾਸਟਰ ਜੀ ਤੁਹਾਨੂੰ ਲੋਕੀ ਪਾਪਾ ਜੀ ਕਿਉਂ ਕਹਿੰਦੇ?
मैं भी कहना जी पापा कहना ना एक बड़ी माड़ी गल है, पर यह नहीं कहना चाहिए यीशु मसीह को पापा जी कहना चाहिए। मैं कहा यार गल ये आ कि मैं तो बथेरा उन्होंने कहना पापा जी ना कहो, ब्रदर कह लो, भाई जी कह लो, पर फिर भी मैं तेरी समझ के लिए मैं थोड़ा जा तेरे जहन खोल देना, क्योंकि आज दुनिया जी आ पास्टर ने पापा जी क्यों कहती आ, ये मैं थोड़ी देर ही तेरे अंदर जो तेरे अंदर कुछ कमी है ना वो मैं तेरी कढ़ देना वैसे, पर उस तरह कोई बुरी गल नहीं आ। मैं कहा पौलुस ने कहा धरती ने थोड़े 10,000 उस्ताद होण पर खुशखबरी दे वसीले प्यो तुहाडा मैं। हालेलुया। मैं कहा यीशु मसीह ने कहा धरती ने तुसीं किसी नूं पिता नहीं कहना। मैं कहा हुण दोनों गल्लां नूं मेल के देख ला, पौलुस झूठ बोलन दिया कि यीशु मसीह उन्होंने पैरों तो कड्ढण देता। मैं कहा अनपढ़ ते कच घरड़ लोग जिहड़े ने लिख नूं तरोड़ मरोड़ के समझदे आ। मैंने उसने कहा धरती ने किसी नूं पिता नहीं कहना, पर किहड़े पिता नूं? मैं कहा उन्होंने पिता वो जिस्मानी तौर की नहीं गल करता, हालेलुया, आत्मिक तौर की गल करता है, क्योंकि उसने कूच दी किताब 20वें अध्याय च लिखा, हे इस्राएल सुन तेरा जिंदा ते सर्वशक्तिमान परमेश्वर इको ही आ ते उसका नाम यहोवा परमेश्वर। हालेलुया। उसने कहा तेरी निगाह के अंदर कोई खोदी हुई मूर्त ना हो, देखो लिखा 10 हुक्म। हालेलुया। ऐ पिता नहीं होना चाहिए तेरा कोई। हालेलुया। मैं कहा सिखाने वाले जिहड़ा वो कलीसिया दा एक बाप हुंदा है, कोई शक है तो कोई डाउट है तो दस देना, कहना नहीं जी होनी चाहिए। मैं कहा तू सोचदा है कि तुझी पास्टर निकलदे आ पापा जी करते हैं, इधरों निकलदे पापा जी करते हैं। मैं कहा कुछ नहीं आदर देंदे हो। हालेलुया। आदर है। मैं कहा गुरु एक सिखाने वाला हुंदा है। जो तुम स्कूले जाते हो तो जिहड़े चंगे माँ प्यो आ वो की कहते हैं भला टीचर के सामने बोलना नहीं है, टीचर की गल का बुरा नहीं बनाना, टीचर की मार का बुरा नहीं बनाना। हालेलुया। ते जिहड़े चल जाते हैं वो कदे पास होंदे आ? ਜਿਹੜੇ टीचर ਨੂੰ ਅੱਖਾਂ ਦਿਖਾਉਣਗੇ ਜਾਂ टीचर ਦੇ ਸਾਹਮਣੇ ਬੋਲਣਗੇ ਤੇ ਜਿਹੜੀ ਗੱਲ टीचर ਕਹਿੰਦੀ ਹੈ ਜਾਂ टीचर ਕਹਿੰਦਾ ਹੈ, ਮਾਸਟਰ ਕਹਿੰਦਾ ਹੈ, अगर उस गल पर विश्वास नहीं करते, उन्होंने पूरा नहीं करते तो की पास हो जाएंगे? नहीं, वो कदे पास नहीं होंगे। हालेलुया। मैं बड़े लोग फेल होंगे देखे, बड़े लोग फेल होंगे देखे। मैं अपनी कलीसिया के अंदर एक मेरे को भाई सी, बड़ा वधिया भाई, बार बार कलीसिया जाता तो बार बार चल जाता, बार बार आता तो बार बार चल जाता। मैं थोड़ी देर से मैं परेशान हो गया, पर जो मैं सतगुण वाल झाती मारी तो मैंने पता लगा भी ओहो प्रभु तू तो मैंने इस परीक्षा में बाहर कर रहा है, क्योंकि मेरे अंदर सहनशीलता चाहना है, तू मेरे अंदर धीरज चाहना है, तू मेरे अंदर ज्ञान चाहना है, तू मेरे अंदर भक्ति चाहना है, तू मेरे अंदर प्रेम चाहना है। इसलिए इस आदमी ने मेरे लिए रख लिया एक्सपेरिमेंट वास्ते। ये आवेगा तो जाएगा, आवेगा तो जाएगा, ये तेन बुरा बोलेगा पर तू कुछ नहीं बोलना, क्योंकि लिख तू चेते रखना है। हालेलुया। 7 से 70 बार अपने भरा भी कर तू माफ ते विश्वास रख कि सदगुण तेरे जीवन के अंदर। हालेलुया। तुहानू पता इहदे विच की लिखा प्रेम। हालेलुया। ते जो तुहानू कोई माड़ा कहेगा या भाई कहेगा या भैन कहेगी तो तुहाडा प्रेम जिहड़ा वो फटाफट टुट जाएगा। भक्ति जो तुहाडी भक्ति के अंदर खराबी पाउणी आ, लिखा तुहाडे वैरी बाहर दे नहीं होणगे, तुहाडे घर दे ही होणगे। हालेलुया। भक्ति दे विच रुकावट कौन बनेगा? तुहाडे घर दा ही भक्ति दे विच की बनेगा रुकावट? तुहाडे विश्वास नूं कमजोर करेगा, तुहाडे ईमान नूं कमजोर करेगा, तुहाडी दृढ़ता नूं कमजोर कर सकता है। पर तुसीं कित्थे रहना भला? भक्ति दे विच बने रहना। हालेलुया। हालेलुया। धीरज रखनी आ। कोई गल नहीं मेरा भरा है। यीशु मसीह ने की कहा जे कोई एक गल ते थप्पड़ मारे ਉਹਦੇ ਵੱਲ ਕੀ ਕਰ ਦੋ दूसरा भी। मैं एक पास्टर तक कल नहीं प्रचार कर रहे हैं। हालेलुया। की कह रहे जी भाई भाई जी भाई जी करो हालेलुया। पास्टर होनी कुछ अलग ही गल कर रहे थे, सब लोग हस रहे थे। हालेलुया। तो आशीष देवे, पर असीं उस गल नहीं सीखना। असीं किहड़ी गल नूं सीखना? यीशु मसीह ने कहा तुहाडे अंदर धीरज, संजम, ज्ञान, सामर्थ और सब तो वड्डी गल विश्वास होना बड़ा जरूरी। पहली कलीसिया किहड़ी सी भला? पहली कलीसिया किहड़ी सी? विश्वास। हालेलुया। पहली कलीसिया किहड़ी है? इफिसुसी
विश्वास। हालेलुया। ते पहली कलीसिया दा दूत कौन है? संत पौलुस। हालेलुया। और पढ़िए लिखो, ਜਿਹੜਾ ਉਸ ਉੱਤੇ ਨੇਚਾ ਕਰਦਾ ਹੈ जेड़ा विश्वास करता है परमेश्वर ते, अगर पहली कलीसिया दा विश्वास अगर उसने पढ़िया होगा, बाइबल पढ़ता होगा, तो ਉਹਦੇ अंदर विश्वास कदे कमजोर नहीं होगा, क्योंकि विश्वास ही की कराता है जित प्राप्त है। हालेलुया। तुहानू पता अब्राहम विश्वासियों का पिता कहलाया। हालेलुया। उसने संपूर्ण विश्वास परमेश्वर पर रखा और परमेश्वर ने कहा सी, हे अब्राहम मैं तेनू पुत्र देंगा। फिर उन्हें कहा तेरे पुत्र इन्ने होणगे रेते किनके जिन्ने जिन्ने तारे समान दे विच है। हालेलुया। किन्ने पुत्र देते उन्होंने? बहुत सारे पुत्र देते ना। बहुत सारे लोगों की गल समझ नहीं आती। हालेलुया। बहुत सारे पुत्र की समझ नहीं आती कि अब्राहम दे इन्ने पुत्र होणगे जिन्ने तारे तारे ने, जिन्ने रेते किनके ने। जिदा यीशु मसीह ने कहा, जेड़ा मेरा मांस ना खावे, मेरा रोटी ना खावे, हालेलुया, मेरा लहू ना पीवे, ਉਹਦੇ ਵਿੱਚ मेरा जीवन। तो कुछ लोग कितना समझ गए भला? हालेलुया। तो हम की इन्होंने चेक बड़ बड़ गाइए। हालेलुया। तो लिखा 70 की कर गए वापस और नाल गड़े रह गए। पतरस उसने पूछा कि तू भी जाना चाहता है? और परमेश्वर पे पूरा विश्वास करता। हालेलुया। पूरा भरोसा करता सी, पूरा ईमान करता सी, पूरा प्यार रखता सी ਉਹਦੇ ਨਾਲ। उनका प्रभु जीवन ਦੀਆਂ ਗੱਲਾਂ ਤੇਰੇ ਕੋਲ ਅਸੀਂ ਕਿਸ ਤੇ ਪਹੁੰਚੇ। ਹਾਲੇਲੂਇਆ। ਹਾਲੇਲੂਇਆ। ਇੱਕ ਬੜੀ ਗੱਲ ਪਰਮੇਸ਼ਰ ਨੇ ਉਸ ਨੂੰ ਕਹੀ ਤੇ ਕਿਉਂ ਚਲਿਆ ਗਿਆ? ਨਹੀਂ, ਜੇ ਵਾਕਈ ਤੁਹਾਡਾ ਪਰਮੇਸ਼ਰ ਦੇ ਨਾਲ ਪਿਆਰ ਆ, ਜੇ ਵਾਕਈ ਪਰਮੇਸ਼ਰ ਤੇ ਤੁਹਾਡਾ ਵਿਸ਼ਵਾਸ ਆ, ਤੇ ਭਾਵੇਂ ਮੰਚ ਤੇ ਜੋ ਕੁਝ ਮਰਜ਼ੀ ਹੋ ਜਾਏ ਤੁਸੀਂ ਉੱਥੇ ਹੀ ਟਿਕੇ ਰਹੋ। ਹਾਲੇਲੂਇਆ। ਨਬੀ ਨੇ ਕਿਹਾ ਉਹ ਮੇਰਾ ਪਿਆਰਾ ਤੇ ਮੇਰਾ ਚੰਗਾ ਭਾਈ ਆ ਜਿਹੜਾ ਮੇਰੀ ਗਲਤੀ ਕੱਢਦਾ ਹੈ। ਆਮੀਨ ਆਮੀਨ। ਹਾਲੇਲੂਇਆ। ਤੁਹਾਨੂੰ ਪਤਾ ਤੁਹਾਡੇ ਮੁਖ ਤੇ ਕਾਲੋ ਲੱਗੀ ਆ, अगर वो वधिया भाई है जो कहना कि अपने मुँह तो कालो साफ कर ला, पर वो वधिया भाई नहीं है जो नाल नाल जाके हासा मजाक कराउंदा ते लोकी मजाक उडाउंदे ठट्टा उडाउंदे आ, वो तुहाडा मित्र नहीं हो सकता। हालेलुया। तुहाडा मजाक उड़ाउण वाला हो सकता है, ठट्ठा बनाउण वाला हो सकता है, तुहाडा घाटा कराउण वाला हो सकता है, और तुहानू बचाउण वाला वो होएगा जिहड़ा तुहाडी गलती तुहाडे सामने मूहरे करे। हालेलुया। प्रभु तुहानू बहुत सारी बरकत दे। तुहानू पता मसीह जो धरती ते उत्ते चलदा सी ਤੇ ਬਹੁਤਿਆਂ ਦਾ ਵਿਸ਼ਵਾਸ ਕੀ ਸੀਗਾ? ਇਸ ਦੀ ਕਮੀ ਨੂੰ ਫੜਨਾ, ਇਹਦੀ ਗਲਤੀ ਨੂੰ ਫੜਨਾ। ਬਹੁਤੇ ਲੋਕਾਂ ਦੀ ਸੇਵਾ ਜਿਹੜੀ ਸੀ ਕਿ ਉਹ ਗਲਤੀਆਂ ਲੱਭਣ ਦੀ ਸੇਵਾ ਸੀ। ਅੱਜ ਵੀ ਕੁਝ ਲੋਕਾਂ ਦੀ ਸੇਵਾ ਜਿਹੜੀ ਉਹ ਗਲਤੀਆਂ ਲੱਭਣ ਦੀ ਸੇਵਾ ਹੀ ਹੈ। ਉਹਦਾ ਵਿਸ਼ਵਾਸ ਕੀ ਆ? ਗਲਤੀਆਂ ਲੱਭਣੀਆਂ, ਕਮੀਆਂ ਲੱਭਣੀਆਂ। ਪਰ ਯਿਸੂ ਮਸੀਹ ਨੇ ਕਿਹਾ, ਮੈਂ ਇੱਕ ਪਾਸਟਰ ਤੇ ਆਏ ਹੋਏ ਸਨ, ਅੱਜ 2 ਦਿਨ ਹੋ ਗਏ, ਭਾਈ ਖਾਲੀ ਲੈ ਕੇ ਆਏ ਹੋਏ ਸਨ। ਉਹ ਗੱਲ ਕਰ ਰਹੇ ਸੀਗੇ ਕਿ ਸਰੀਰ ਦੇ ਪੱਖ ਤੋਂ ਗੱਲ ਕਰ ਰਹੇ ਸੀ। ਐਡੀ ਪੈਂਟ ਕਮੀਜ਼ ਆ, ਇਹ ਬਾਈਬਲ 'ਚ ਨਹੀਂ ਆ, ਇਹ ਫਲਾਨੀ ਗੱਲ ਬਾਈਬਲ 'ਚ ਨਹੀਂ ਆ। ਸਰੀਰ ਨੂੰ ਦੇਖ ਰਹੇ ਸਨ। ਲੇਕਿਨ ਪਰਮੇਸ਼ਰ ਕੀ ਕਹਿ ਰਿਹਾ? ਪਰਮੇਸ਼ਰ ਕਹਿੰਦਾ ਮੈਂ ਮਨੁੱਖ ਨੂੰ ਬਾਹਰਲੇ ਰੂਪ ਤੋਂ ਦੇਖਦਾ ਹੈ, ਪਰ ਮੈਂ ਹਿਰਦੇ ਨੂੰ ਚਾਹੁੰਦਾ। ਹਾਲੇਲੂਇਆ। ਮੈਂ ਕਹਿ ਰਿਹਾ ਸੀ ਕਿ ਜਿਹੜਾ ਪਜਾਮਾ ਕੁੜਤਾ ਪਾਇਆ ਜੀ, ਇਹ ਵੀ ਬਾਈਬਲ 'ਚ ਨਹੀਂ ਲਿਖਿਆ। ਆਮੀਨ ਆਮੀਨ। ਬਾਈਬਲ 'ਚ ਕੀ ਹੈ ਭਲਾ? ਯਿਸੂ ਮਸੀਹ ਕੀ ਸੀਗਾ? ਕਿੱਥੋਂ ਆਇਆ ਯਿਸੂ ਮਸੀਹ? ਯਹੂਦੀ ਸੀ। ਉਹਨੇ ਕੀ ਪਾਇਆ ਹੋਇਆ ਸੀ ਭਲਾ? ਗਾਊਨ ਪਾਇਆ ਹੋਇਆ ਸੀ। ਹਾਲੇਲੂਇਆ। पर जरूरी नहीं है कि असं हर गल का जवाब इस तरह दें। हालेलुया। उसको प्यार किया जा सकता। मैं कहा मैं ये छोटिया छोटिया गलों के नहीं भाई जी मानता। भाई मेरे सामने बैठे मैं गल कही भाई, मैं कहा जी मैं उपरलियां गल्लां जिहड़ियां माड़ियां मुड़ियां गल्लां मैनूं पता है इहदा निजात नहीं है, ये मैं चेंज कर सकता है, ये मैं 2 मिनट च भी चेंज कर सकता सब कुछ। हालेलुया। पर साडे जुग दे नबी ने कहा दुल्हन देश विदेश के कपड़े पा ले। हालेलुया। मैंने पता कि वो नबियां ते रसूलां दी नबियां दे उत्ते नहीं आ, नीयत उत्ते नहीं है, इसलिए मैं उसकी गल दे उत्ते गौर नहीं करता। पर साडे जुग दे नबी ने कहा दुल्हन चुने जान दे विश्वास के अंदर। हालेलुया। ने कहा दुल्हन देश विदेश के कपड़े पहने। साडा पंजाबी कल्चर आज भी साडे विचकार है। हालेलुया। हालेलुया। याद रखो इसलिए परमेश्वर तुहानू किथों देखदा है? ने कहा दुल्हन परमेश्वर की खास कलीसिया जिहड़ी परमेश्वर ते विश्वास करदी आ, उस सिर तो लैके पैरों तक बचन होगी। क्योंकि असं मनुख को बाहर रूप तो देखते हैं, ये निजात नहीं है, ये विश्वास नहीं है थोड़ा, ये तो कमी है जी देखते हो। तुम पता यीशु मसीह के चेले जोड़े सन, यीशु मसीह ने चलते चलते जाते सन, तो पक्की फरीसी सिर्फ एको चीज़ देखी जाती सी, अखां पढ़ पढ़ के ओहो इन्होंने सिट्टे तोड़ के खाधे आ, हाथ नहीं जे धोते। आमीन आमीन। हाथ की कीते आ? हाथ नहीं जे धोते, उपरों उपरों शरीर दी कमियां देखते हैं।
ਯਿਸੂ ਮਸੀਹ ਨੇ ਉਹਨਾਂ ਨੂੰ ਕੀ ਕਿਹਾ ਭਲਾ? ਤੁਸੀਂ ਬਾਹਰੋਂ ਮਾਂਜੇ ਹੋਏ ਲੋਟੇ ਵਰਗੇ ਹੋ, ਪਰ ਤੁਹਾਡੇ ਅੰਦਰੋਂ ਕੀ ਆਉਂਦੀ ਆ? ਸੜਿਆ। ਯਿਸੂ ਮਸੀਹ ਕਹਿੰਦਾ ਬਾਹਰੋਂ ਸਾਫ਼ ਕਰਨਾ ਜ਼ਰੂਰੀ ਆ ਕਿ ਜਾਂ ਅੰਦਰੋਂ ਜ਼ਰੂਰੀ ਸਾਫ਼ ਕਰਨਾ ਹੈ? ਹਾਲੇਲੂਇਆ। ਮੈਂ ਕਹਿੰਦਾ ਦੋਨੇ ਪਾਸੋਂ ਸਾਫ਼ ਕਰਨਾ ਬੜਾ। ਆਮੀਨ ਆਮੀਨ ਆਮੀਨ। ਹਾਲੇਲੂਇਆ ਹਾਲੇਲੂਇਆ। ਤੁਹਾਨੂੰ ਬਰਕਤ ਦੇਵੇ। ਪਰ ਯਿਸੂ ਮਸੀਹ ਨੇ ਕਿਹਾ ਤੁਸੀਂ ਬਾਹਰੋਂ ਦੇ ਬੜੇ ਚਿੱਟੇ ਨਜ਼ਰ ਆਉਂਦੇ ਹੋ। ਮੈਂ ਬੜਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬਾਹਰੋਂ ਆਪਣੇ ਆਪ ਨੂੰ ਬੜਾ ਵਾਈਟ ਸਾਫ਼ ਕੀਤਾ ਹੋਇਆ ਸੀ। ਵਾਈਟ ਸਾਫ਼ ਦਾ ਮਤਲਬ ਸਮਝਦੇ ਹੋ? ਵਚਨ ਦੇ ਅਨੁਸਾਰ ਉਹਨਾਂ ਨੇ ਆਪਣਾ ਜੀਵਨ ਬਾਹਰੋਂ ਕੀਤਾ ਹੋਇਆ ਸੀ, ਆਮੀਨ ਆਮੀਨ। ਪਰ ਅੰਦਰੋਂ ਕੀ ਆਉਂਦੀ ਸੀ? ਸੜਿਆ, ਝੂਠੀ ਸਿੱਖਿਆ। ਮੈਂ ਇੱਕ ਗੱਲ ਉਹਨਾਂ ਨੂੰ ਪੁੱਛੀ, ਮੈਂ ਭਾਈ ਜੀ ਆਪਾਂ ਮੇਨ ਪੁਆਇੰਟ ਤੇ ਆਉਂਦੇ ਹਾਂ, ਉਸ ਵਿਸ਼ਵਾਸ ਤੇ ਆਉਂਦੇ ਹਾਂ ਜਿਹਦੇ ਨਾਲ ਨਜਾਤ ਹੈ, ਜਿਹਦੇ ਨਾਲ ਸਾਡੀ ਜ਼ਿੰਦਗੀ ਹੈ। ਹਾਲੇਲੂਇਆ। ਪਤਾ ਸੀ ਕਿਤਾਬ ਦੇ ਅੰਦਰ ਲਿਖਿਆ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਬਾਅਦ ਇਸ ਦੇ ਅੰਦਰ ਸੁਣਾ। ਹਾਲੇਲੂਇਆ। ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਆ, ਇੱਕ ਵੀ ਲਿਖਤ ਜਿਹੜੀ ਆ ਖੰਡਨ ਨਹੀਂ ਕੀਤੀ ਜਾ ਸਕਦੀ। ਆਮੀਨ ਆਮੀਨ। ਮੈਂ ਕਿਹਾ ਬਸ ਮੇਰਾ ਇੱਕ ਤੁਹਾਡੇ ਨਾਲ ਸਵਾਲ ਆ ਕਿ ਬਾਪ ਬੇਟਾ ਪਾਕ ਦਾ ਬਪਤਿਸਮਾ ਕਿੱਥੇ ਹੋਇਆ ਤੇ ਕਿਹਨੇ ਦਿੱਤਾ ਤੇ ਕਦੋਂ ਲਿਆ? ਬਸ ਮੱਤੀ 28 ਦੀ ਉਹਨੇ ਪੜ੍ਹੀ ਤੇ ਮੈਂ ਜੀ ਮੱਤੀ 28 ਦੀ ਨਹੀਂ ਪੜ੍ਹਦੇ? ਉਹ ਕਹਿੰਦਾ ਹਾਂਜੀ। ਮੈਂ ਕਿਹਾ ਪਰ ਇੱਥੇ ਬਪਤਿਸਮ ਹੋਇਆ ਨਹੀਂ ਹੈ। ਮੇਰਾ ਸਵਾਲ ਇਹ ਨਹੀਂ ਹੈਗਾ ਯਿਸੂ ਮਸੀਹ ਨੇ ਕਿਹਾ, ਮੇਰਾ ਸਵਾਲ ਇਹ ਆ ਵੀ ਕਿਹਨੇ ਦਿੱਤਾ ਤੇ ਕਦੋਂ ਹੋਇਆ ਤੇ ਕਿੱਥੇ ਹੋਇਆ ਤੇ ਕਿਹਨੇ ਲਿਆ? ਤੇ ਜੇ ਤੁਸੀਂ ਕਹਿੰਦੇ ਹੋਏ ਬਪਤਿਸਮਾ ਤੇ ਫਿਰ ਮੈਂ ਕਿਹਾ ਬਾਈਬਲ 'ਚ ਦੱਸੋ ਵੀ ਕਿਹਨੇ ਲਿਆ ਤੇ ਕਿਹਨੇ ਦਿੱਤਾ ਤੇ ਕਦੋਂ ਹੋਇਆ? ਕਿਉਂ ਭਾਈ? ਹਾਲੇਲੂਇਆ। ਤੇ ਮੈਂ ਕਿਹਾ ਜੇ ਤੁਸੀਂ ਕਹਿੰਦੇ ਵੀ ਚੇਲੇ ਗਲਤ ਆ ਫਿਰ ਮੈਂ ਕਿਹਾ ਮੈਨੂੰ ਦੱਸੋ ਉਹਦੀ ਸਜ਼ਾ ਸੁਣਾਓ ਵੀ ਕਿੱਦਾਂ? ਐਗਜ਼ਾਮਪਲ ਦਿੱਤਾ ਮੈਂ ਭਾਈ ਦਾ। ਮੈਂ ਕਿਹਾ ਮੇਰੇ ਭਾਈ ਡਿਊਟੀ ਕਰਦੇ ਨੇ ਔਰ ਇਹ ਆਰਮੀ ਦੇ ਅੰਦਰ ਨੇ ਔਰ ਅਫਸਰ ਇਹਨਾਂ ਨੂੰ ਇੱਕ ਹੁਕਮ ਕਰਦਾ ਆ ਵੀ ਆਹ ਦਰਬਾਰ ਜਿਹੜਾ ਵਾ ਚੰਗੀ ਤਰ੍ਹਾਂ ਸਾਫ਼ ਕਰ ਦੇਣਾ। ਅਫਸਰ ਨੇ ਕਹਿ ਦਿੱਤਾ। ਮੈਂ ਕਿਹਾ ਇਹਨਾਂ ਨੇ ਨਹੀਂ ਕੀਤਾ। ਤੇ ਮੈਂ ਕਿਹਾ ਭਾਈ ਜੀ ਫਿਰ ਤੁਹਾਨੂੰ ਕੀ ਕੀਤਾ ਜਾਂਦਾ ਹੈ? ਕਹਿੰਦਾ ਫਿਰ ਦਰਬਾਰ 'ਚ ਖੜਾ ਕੀਤਾ ਜਾਂਦਾ। ਮੈਂ ਕਿਹਾ ਫਿਰ ਕੀ ਹੁੰਦਾ? ਕਹਿੰਦੇ ਸਜ਼ਾ ਮਿਲਦੀ। ਮੈਂ ਕਿਹਾ ਜੀ ਫਿਰ ਤੁਸੀਂ ਭਾਈ ਜੀ ਕੀ ਵਿਸ਼ਵਾਸ ਕਰਦੇ ਹੋ ਕਿ ਜਿਹੜਾ ਅਫਸਰ ਹੈ ਸਾਡਾ ਉਹ ਕੌਣ ਹੈ? ਯਿਸੂ ਮਸੀਹ ਨੇ। ਆਮੀਨ। ਕਹਿੰਦੇ ਹਾਂਜੀ। ਤੇ ਮੈਂ ਕਿਹਾ ਜੀ ਫਿਰ ਸਜ਼ਾ ਸੁਣਾਓ ਉਹਨਾਂ ਨੂੰ, ਚੇਲਿਆਂ ਨੂੰ ਦੱਸੋ ਮੈਨੂੰ ਲਿਖਤ ਪੜ੍ਹ ਕੇ ਵੀ ਸਜ਼ਾ ਦੱਸੋ ਮੈਨੂੰ ਕਿਤੇ। ਜੇ ਉਹਨੇ ਗਲਤ ਕੀਤਾ ਤਾਂ ਸਜ਼ਾ ਦੱਸੋ ਮੈਨੂੰ। ਜੇ ਤੁਹਾਡੇ ਅੰਦਰ ਬਾਈਬਲ ਦਾ ਵਿਸ਼ਵਾਸ ਆ, ਬਾਈਬਲ ਦਾ ਗਿਆਨ ਆ ਤੇ ਬਾਈਬਲ ਦਾ ਤੁਹਾਡੇ ਅੰਦਰ ਈਮਾਨ ਆ ਤੇ ਤੁਸੀਂ ਕਹਿ ਰਹੇ ਹੋ ਵੀ ਮੇਰੇ ਕੋਲ 40 ਪਰਿਵਾਰ ਆ ਤੇ ਮੈਂ 40 ਨੂੰ ਬਪਤਿਸਮਾ ਦਿੱਤਾ ਤੇ ਕੀ ਸੋਚ ਕੇ ਦਿੱਤਾ? ਕਿਹੜੀ ਲਿਖਤ ਪੜ੍ਹ ਕੇ ਦਿੱਤਾ? ਤੇ 1 ਮਿੰਟ ਨਹੀਂ ਲੱਗਾ ਭਾਈ ਹੁਣਾਂ ਨੇ ਆਪਣੇ ਉੱਠ ਕੇ ਦੇ ਹੱਥ ਜੋੜੇ ਤੇ ਕਹਿੰਦੇ ਭਾਈ ਜੀ ਜਾਨ ਸੀ। ਮੈਂ ਕਿਹਾ ਬਸ ਮੈਨੂੰ ਪਤਾ ਸੀ ਫਿਰ ਤੁਹਾਡੇ ਕੋਲ ਟਾਈਮ ਨਹੀਂ ਹੋਣਾ। ਐਦਾਂ ਵੀ ਕਮੀਜ਼ਾਂ ਦੀਆਂ ਗੱਲਾਂ ਕਰੀ ਜਾਓ, ਪੈਂਟਾਂ ਦੀਆਂ ਗੱਲਾਂ ਕਰੀ ਜਾਓ, ਜਿਹੜੀਆਂ ਮਰਜ਼ੀ ਕਰੀ ਜਾਓ, ਬੈਠੇ ਰਹਿਣਾ 2 ਘੰਟੇ। ਪਰ ਜਦੋਂ ਬਪਤਿਸਮ ਦੀ ਗੱਲ ਆਉਣੀ ਆ ਤੁਸੀਂ ਫਟਾਫਟ ਉੱਠ ਜਾਣਾ। ਉਹ ਫਟਾਫਟ ਉੱਠ ਕੇ ਬਾਹਰ ਹੀ ਨਿਕਲ ਗਿਆ। ਚੰਗਾ ਜੀ ਜੈਮਸੀ ਦੀ ਗਾਹ ਨਿਕਲਿਆ, ਉਹ ਚਲ ਗਿਆ। ਮੈਂ ਤੇ ਭਾਈ ਗਲੀ 'ਤੇ ਖੜੇ ਰਹੇ। ਜੈਮਸੀ ਵੀ ਨਹੀਂ ਚੰਗੀ ਤਰ੍ਹਾਂ ਹੋ ਸਕੀ, ਗੱਲ ਵੀ ਨਹੀਂ ਮਿਲ ਸਕੀ। ਕਿਉਂ? ਹਾਲੇਲੂਇਆ। ਭਾਈ ਜੀ ਮੈਂ ਤੇ ਭਾਈ ਜੀ ਜੋ ਯਿਸੂ ਮਸੀਹ ਨੇ ਕਿਹਾ, ਮੈਂ ਕਿਹਾ ਯਿਸੂ ਮਸੀਹ ਨੇ ਕੀ ਕਿਹਾ? ਯਿਸੂ ਮਸੀਹ ਨੇ ਤੇ ਇਹ ਕਿਹਾ ਕਿ ਜਿਹੜਾ ਮੇਰੇ ਭੇਜਣ ਵਾਲੇ ਨੂੰ ਰੱਦ ਕਰਦਾ ਹੈ ਉਹ ਮੈਨੂੰ ਰੱਦ। ਮੈਂ ਕਿਹਾ ਇਹ ਲਿਖਤ ਪੌਲੁਸ ਦੀ ਨਹੀਂ ਆ, ਇਹ ਲਿਖਤ ਸਰਵ ਸ਼ਕਤੀਮਾਨ ਪਰਮੇਸ਼ਵਰ ਯਿਸੂ ਮਸੀਹ ਨੇ ਕਹੀ। ਹਾਲੇਲੂਇਆ। ਤੇ ਮੈਂ ਕਿਹਾ ਮੈਂ ਤੁਹਾਨੂੰ ਕਿੰਨੇ ਬਪਤਿਸਮੇ ਦਿਖਾ ਸਕਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ? ਤੁਸੀਂ ਮੈਨੂੰ ਇੱਕ ਹੀ ਦਿਖਾ ਦਿਓ, ਇੱਕ ਬੱਚੇ ਦੇ ਦਿਖਾ ਦਿਓ, ਅੱਧਾ ਹੀ ਦਿਖਾ ਦਿਓ। ਮੈਂ ਨਹੀਂ ਦੇਖਦਾ ਕਿਸੇ ਵੱਲ ਵੀ ਕੋਈ ਜ਼ਿਆਦਾ ਸੰਗਤ ਹੈ, ਹਜ਼ਾਰਾਂ ਸੰਗਤ, ਲੱਖਾਂ ਸੰਗਤ ਆ। ਮੈਨੂੰ ਬਾਈਬਲ ਦੇ ਬਾਰੇ ਦੱਸੋ ਵੀ ਬਾਈਬਲ ਕੀ ਕਹਿੰਦੀ? ਕੋਈ ਕਹਿੰਦਾ ਮੈਂ ਗੁੰਗੂਲੇ ਕੋਲ ਜਾਂਦਾ, ਕੋਈ ਕਹਿੰਦਾ ਮੈਂ ਬਲਜਿੰਦਰ ਕੋਲ ਜਾਂਦਾ, ਮੈਂ ਕੋਈ ਕਹਿੰਦਾ ਕੁਛ ਕਹਿੰਦਾ, ਮੈਂ ਕੋਈ ਕਹਿੰਦਾ ਮੈਂ ਜਲੰਧਰ ਜਾਂਦਾ। ਜਿੱਥੇ ਮਰਜ਼ੀ ਜਾਈ ਜਾਓ, ਪਰ ਬਾਈਬਲ ਦੇ ਵਿੱਚ ਲਿਆਓ, ਜਾਓ ਜਿੱਥੇ ਮਰਜ਼ੀ। ਹਾਲੇਲੂਇਆ। ਕਿਉਂਕਿ ਪਵਿੱਤਰ ਸ਼ਾਸਤਰ ਤੁਹਾਨੂੰ ਬਚਾਉਂਦਾ ਹੈ। ਤੁਹਾਡਾ ਗੁਰੂ ਕੋਈ ਘੁੰਗੂਲਾ ਨਹੀਂ ਆ, ਤੁਹਾਡਾ ਗੁਰੂ ਕੋਈ ਮੈਂ ਨਹੀਂ ਆ, ਤੁਹਾਡਾ ਗੁਰੂ ਕੋਈ ਬਿੰਦਰ ਨਹੀਂ ਆ, ਤੁਹਾਡਾ ਗੁਰੂ ਤੇ ਪਵਿੱਤਰ ਸ਼ਾਸਤਰ ਹੈ। ਹਾਲੇਲੂਇਆ। ਜਿਸ ਤੇ ਤੁਹਾਨੂੰ ਕੀ ਕਰਨਾ ਪਏਗਾ? ਸੰਪੂਰਨ ਵਿਸ਼ਵਾਸ ਕਰਨਾ। ਮੈਂ ਕਿਹਾ ਪਰਮੇਸ਼ਰ ਜਦੋਂ ਇਹ ਸਵਾਲ ਕਰ ਦੇਗਾ ਤਾਂ ਤੂੰ ਉੱਠ ਕੇ ਬਾਹਰ ਚਲ ਜਾਏਗਾ। ਹਾਲੇਲੂਇਆ। ਜੇ ਉਹ ਸਵਰਗ ਦੇ ਵਿੱਚ ਨੇ ਤੇ ਪੌਲੁਸ ਕਹਿੰਦਾ ਜਿਹੜੀ ਮੈਂ ਪੈਰ ਰੱਖੀ ਉਹ ਕੋਈ ਦੂਸਰਾ ਨਾ ਰੱਖੇ। ਮੈਂ ਕਿਹਾ ਫਿਰ ਕਿੱਦਾਂ ਕਿ ਮੈਂ ਦੂਸਰੀ ਪੈਰ ਰੱਖਾਂ? ਜੇ ਤਾਂ ਉਹਨੂੰ ਸਜ਼ਾ ਮਿਲੀ ਆ ਤੇ ਸਾਨੂੰ ਵੀ ਉਹਦੀ ਮਿਲੇਗੀ ਸਜ਼ਾ। ਮੈਂ ਕਿਹਾ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ, ਮੈਨੂੰ ਕੋਈ ਡਰ ਨਹੀਂ ਆ। ਅਗਰ ਤੁਸੀਂ ਬਾਪ ਬੇੜਾ ਪਾਕ ਨੂੰ ਜੇ ਬਪਤਿਸਮਾ ਦਿਖਾ ਦਿਓ ਮੈਨੂੰ ਤੇ ਮੈਂ ਤੇ ਖੜਾ ਹੋ ਕੇ ਮਾਫੀ ਮੰਗਾਂਗਾ ਤੇ ਕਹਾਂਗਾ ਕਿ ਮੇਰੇ ਕੋਲ ਗਲਤੀ ਹੋ ਗਈ ਹੈ। ਸਾਰੇ ਜਣੇ ਬਪਤਿਸਮਾ ਲੈ ਲਓ ਦੁਬਾਰਾ, ਮੈਂ ਬਾਅਦ ਵਿੱਚ ਦਿਖਾ ਸਕਦਾ ਦੁਬਾਰਾ ਬਪਤਿਸਮਾ। ਹਾਲੇਲੂਇਆ। ਪੜ੍ਹੀਏ। ਉਹ ਦੋਸ਼ੀ ਨਹੀਂ ਠਹਿਰਦੇ, ਉਹ ਦੋਸ਼ੀ ਨਹੀਂ ਠਹਿਰਦੇ ਜਿਹੜੇ ਵਚਨ ਤੇ ਵਿਸ਼ਵਾਸ ਕਰਦੇ ਆ। ਪਰ ਜਿਹੜਾ ਨਿਰਚਾ ਨਹੀਂ ਕਰਦਾ, ਜਿਹੜਾ ਵਿਸ਼ਵਾਸ ਨਹੀਂ ਕਰਦਾ ਬਾਈਬਲ ਉੱਤੇ, ਉਹ ਦੋਸ਼ੀ ਠਹਿਰ ਚੁੱਕਿਆ। ਯਿਸੂ ਮਸੀਹ ਕਹਿੰਦਾ ਉਹ ਦੋਸ਼ੀ ਠਹਿਰ ਚੁੱਕਿਆ।
हालेलुया। आज यीशु मसीह ने कहा जे तुसीं तौबा ना कीती या बपतिस्मा ना लिया तो तुसीं दोषी ठहर चुके हो। और पवित्र शास्त्र कहता जेड़ा पवित्र शास्त्र दी बाणियां नूं सुन के समझ के पूरा ना करे वो पापी होवे। व्यवस्था साहब की पोथी ते लास्ट अध्याय दे अंदर हालेलुया। और लिखित वचन के अनुसार पूरा करना है, वचन तो बाहर जाके नहीं, बाहर जाके डुप्लीकेट बड़ा कुछ है। पति भाई में अध्याय लिख के उन्होंने भाई उन्होंने बयान की सी एक मनुख विहणे कपड़े पा के उस राजे की मैरिज दे विच आया और वो सोचता सी कि मैं स्वर्ग राज के अंदर प्रवेश कर जावांगा। यीशु मसीह ने कहा बकरियां खब्बे पासे ते भेडां सज्जे पासे होणगियां। हालेलुया। लेकिन परमेश्वर भेडां नूं कहेगा हे मेरे मुबारक लोगो। हालेलुया। इस द्वार के अंदर की कर दो प्रवेश, बकरियां कदे प्रवेश नहीं करनगियां, बेशक उथों जगत चली जाएगी। बाणी ने कहा कणक नालों जवी हमेशा उच्ची हुंदी आ पर वो कणक नहीं कदे हो सकती। हालेलुया। तदाम जिन्नी मर्जी बढ़ जाए झूठी शिक्षा की तलीम वाली शिक्षा की बढ़ जाए लेकिन थोड़ा विश्वास पवित्र शास्त्र पे होना चाहिए। आमीन। हालेलुया। और जे थोड़ा विश्वास किसी मनुख ते हो गया या झूठियां शिक्षावां ते हो गया तो मैं तुहानूं पक्का यकीन ना कहता हाँ कि थोड़ा कदे भला नहीं होगा। थोड़ा विश्वास किसी मनुख ते हो गया क्योंकि पवित्र शास्त्र की कह रहा शराब उस मनुख ते जिहड़ा मनुख दा की रखदा है भरोसा। हालेलुया। हालेलुया। तो तुहानूं बरकत दे। राती एक बेटी थी आई सी पुरकारी मैं अंकुर की बंदगी से गई हाँ दुष्ट आत्मा ही उसे प्रगट हुई पर इतने प्रगट हुई। मैं कहा भी दुष्ट आत्मा पिछे रह गया तो तू अगे चलेगी पर इतने हुण काफी समय तो बाद जिहड़ा तेरे जीवन दे विच आ वो इतने प्रगट हुई। हालेलुया। कितने चिर बाद होया करण जी? 2 साल बाद। हालेलुया। वो चंगा है जिसे प्रकट नहीं होगा, ये चंगा जिसे प्रकट होगा। बीमारी छुपी रहे तो वो चंगी है कि या प्रकट हो जाए पता लग जाए तो इलाज किया जाए। प्रकट हो चंगा ना। हालेलुया। यीशु मसीह ने कहा कोई भी चीज ऐसी नहीं है जो प्रकट ना की जाए। आमीन। हालेलुया। पढ़िए। क्योंकि उसने परमेश्वर के इकलौते पुत्र के नाम उत्ते निश्चय नहीं की है। हालेलुया। मैं दसना चाहूंगा बेशक लोग बड़े बड़े पास्टर रह जान बड़े बड़े वधिया पास्टर रह जान भावें तो लागे भी खाने भावें झूठा भी खा लेन पर मतलब बाइबल के दसदा हाँ कि उनका विश्वास कदे ना बनेगा जिन्होंने कदे पवित्र शास्त्र के उत्ते विश्वास ना किया। अज पास्टर का झूठा खाने दे नाल या पास्टर के नाल रहने दे नाल कदे थोड़ा विश्वास नहीं बन सकता या संतां दे विच रहने दे नाल कदे विश्वास नहीं बन सकता जो तक भी पवित्र शास्त्र पे विश्वास नहीं करो। दूसरा राजा की पोथी 6वां अध्याय उसी 13 को पढ़ना शुरू कर दें और उस विश्वास को देखिए। वचन सारे समझ आ रहा है। हालेलुया। और तुहानूं बहुत सारी बरकत है। नबियां दे पुत्रां ने अलीशा नूं आख्या नबियां दे पुत्रां ने अलीशा नूं आख्या वेख ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਟਿਕਦੇ ਹਾਂ ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਟਿਕਦੇ ਹਾਂ ਸਾਡੇ ਲਈ ਬਹੁਤ ਤੰਗ ਹੈ। ਸਾਡੇ ਲਈ ਬਹੁਤ ਹੀ ਘੱਟ ਸਥਾਨ ਆ। ਤੂੰ ਸਾਨੂੰ ਯਤਨ ਤਾਈ ਜਾਣ ਦੇ ਹਾਂਜੀ ਕਿ ਹਰ ਮਨੁੱਖ ਉਦੋਂ ਇੱਕ ਬੱਲੀ ਲਿਆਵੇ ਭਈ ਅਸੀਂ ਇੱਕ ਥਾਂ ਬਣਾਈਏ ਜਿਹਦੇ ਵਿੱਚ ਅਸੀਂ ਟਿਕ ਸਕੀਏ। ਉਸ ਨੇ ਆਖਿਆ ਜਾਓ। तद एक जने ने आख्या तू कृपा करके अपने दासा नाल चल। अगों वो बोलिया मैं चला जाऊंगा। सो उन्होंने नाल गया ते तद वो यतन कोल आए वो लकड़ा वड्डन लगे तां यूं होया भाई दाना वड्डिया। दूसरा राजा 6वां अध्याय उसकी 13 है सुनिद्रा पढ़ी थोड़ा देख के तां वो बोलिया जाके देखो किथे आ जाके बोलिया भी जाके देखो भी वो किथे आ मैं उसनू फड़ के लियावा। याद रखो एक राजे ने बहुत बड़ी फौज कर लिया भी अलीशा नबी नूं अर्थात जिहदे अंदर एलिया दा पवित्र आत्मा काम करदा आ ਉਹਨੂੰ ਫੜ ਲਓ। हालेलुया। पर एलिया नूं फड़ सकदा नहीं मूर्ख लोकी एलिया नूं फड़ सकदे भला। प्रकाशित वाक्या 11 पढ़ के देखो ਤੁਹਾਡੇ ਰੋਣ ਤੇ ਖੜੇ ਹੋ ਜਾਣਗੇ ਉੱਥੇ ਕੀ ਲਿਖਿਆ एलिया बारे
ਹਾਲੇਲੂਇਆ। ਮੈਂ ਸਮਝਦਾ ਵੀ ਦੁਸ਼ਮਣ ਦੇ ਸਿਰ ਤੋਂ ਵਾਲ ਨਿਕਲ ਸਕਦੇ ਆ, ਪੈਰਾਂ ਤੋਂ ਮਿੱਟੀ ਨਿਕਲ ਸਕਦੀ ਆ, ਜੇ ਕਦੇ ਉਹਨੂੰ ਇਹ ਪਤਾ ਲੱਗ ਜੇ ਵੀ ਅਸੀਂ ਏਲੀਆ ਨੂੰ ਹੱਥ ਪਾਉਣ ਜਾ ਰਹੇ ਹਾਂ, ਮੂਸਾ ਨੂੰ ਹੱਥ ਪਾਉਣ ਜਾ ਰਹੇ ਹਾਂ। ਹਾਲੇਲੂਇਆ। ਇਸ ਗੱਲ ਦਾ ਉਹਨਾਂ ਨੂੰ ਗਿਆਨ ਹੀ ਨਹੀਂ, ਪਤਾ ਹੀ ਨਹੀਂ ਇਹਨਾਂ ਨੂੰ। ਫੜਨੇ ਨੂੰ ਜੋ ਪਿਆ ਹੁਣ ਏਲੀਆ ਨੂੰ। ਹਾਲੇਲੂਇਆ। ਏਲੀਆ ਨੂੰ ਕਦੇ ਕੋਈ ਫੜ ਸਕਦਾ? ਏਲੀਆ ਦੇ ਅੰਦਰ ਕਿਹੜਾ ਆਤਮਾ ਭਲਾ? ਪਰਮੇਸ਼ਵਰ ਦਾ। ਹਾਲੇਲੂਇਆ। ਤੇ ਕਿਹੜਾ ਆਤਮਾ ਭਲਾ? ਅਣਖ ਵਾਲਾ ਆਤਮਾ ਦੇ ਅੰਦਰ, ਦਿਆਲ ਵਾਲਾ ਆਤਮਾ ਨਹੀਂ ਆ, ਅਣਖ ਵਾਲਾ ਆਤਮਾ ਆ, ਕ੍ਰੋਧੀ ਆਤਮਾ ਉਹਦੇ ਅੰਦਰ। ਦੋ ਤਰ੍ਹਾਂ ਦੇ ਸੁਭਾਅ ਹੈ ਪਰਮੇਸ਼ਵਰ ਦੇ। ਹਾਲੇਲੂਇਆ। ਇੱਕ ਨਰਮ ਤੇ ਇੱਕ ਗੁੱਸੇ ਵਾਲਾ ਸੁਭਾਅ ਆ, ਪਰ ਜਿਹੜਾ ਏਲੀਆ ਦੇ ਜੀਵਨ ਦੇ ਵਿੱਚ ਆਉਂਦਾ ਆ ਉਹ ਗੁੱਸੇ ਵਾਲਾ ਸੁਭਾਅ ਦੇ ਵਿੱਚ ਆਉਂਦਾ। ਹਾਲੇਲੂਇਆ। ਏਲੀਆ ਦੇ ਦੁਆਰਾ ਕੋਈ ਨਹੀਂ ਬਖਸ਼ਿਆ ਜਾਂਦਾ। ਆਹਾਬ ਦੇ ਬਾਰੇ ਵਿੱਚ ਜਾ ਕੇ ਦੇਖੋ, ਲਿਖਿਆ 4-5 ਟੋਲੀਆਂ ਨੇ ਘਲੀਆਂ। ਹਾਲੇਲੂਇਆ। ਜਾਓ ਸਭ ਪਤਾ ਕਰੋ, ਜਿਹੜਾ ਕਹਿੰਦਾ ਸੀ ਵੀ ਇੱਥੇ 3 ਦਿਨ ਦੀ ਪਵੇਗੀ ਬਾਰਿਸ਼, ਕਾਲ ਪੈਣੇਗਾ ਇੱਥੇ। ਕਹਿੰਦਾ ਕੌਣ ਸੀ, ਕਿਸ ਤਰ੍ਹਾਂ ਦਾ ਸੀ? ਹਾਲੇਲੂਇਆ। ਉਹਨਾਂ ਨੇ ਪਹਿਚਾਣ ਦੱਸੀ, ਕਹਿੰਦਾ ਜਾਓ ਫਿਰ ਇੱਕ ਟੋਲੀ ਘੱਲੋ 50 ਦੀ, ਟੋਲੀ ਜਾ ਕੇ ਪੁੱਛ-ਗਿੱਛ ਕਰੋ। ਤੇ ਪੁੱਛ-ਗਿੱਛ ਕਿਸ ਤਰ੍ਹਾਂ ਕਰਦੇ ਆ ਭਰਾਓ? ਖੁਦਾ ਦੇ ਬੰਦੇ ਦਾ ਆਦਰ ਨਹੀਂ ਕਰਦੇ। ਹਾਲੇਲੂਇਆ। ਹਾਂ ਬਈ, ਏਲੀਆ ਤੇਰਾ ਨਾਂ ਆ, ਤੈਨੂੰ ਰਾਜਾ ਬੁਲਾਉਂਦਾ ਆ। ਹਾਲੇਲੂਇਆ। ਕਹਿੰਦਾ ਜੇ ਮੈਂ ਏਲੀਆ ਵਾਂ, ਜੇ ਮੈਂ ਖੁਦਾ ਦਾ ਬੰਦਾ ਆ। ਹਾਲੇਲੂਇਆ। ਕਹਿੰਦਾ ਤੁਸੀਂ ਸਾਰੇ ਇੱਥੇ ਹੁਣੇ ਮਰ ਜਾਓ। ਏਲੀਆ ਦੀ ਪਾਵਰ ਆ। ਹਾਲੇਲੂਇਆ। ਇੱਥੇ ਕੁਝ ਲੋਕ ਜਿਹੜੇ ਨੇ ਵੱਡਾ ਦਲ ਲੈ ਕੇ ਬੜੇ ਵਿਸ਼ਵਾਸ ਦੇ ਨਾਲ ਕਿ ਅਸੀਂ ਉਸ ਨੂੰ ਘੇਰ ਲਵਾਂਗੇ, ਸਾਡੀ ਫੌਜ ਬੜੀ ਵੱਡੀ ਆ, ਵਿਸ਼ਵਾਸ ਫੌਜ ਦੇ ਉੱਤੇ ਆ, ਤੋਫਾਂ ਦੇ ਉੱਤੇ ਆ, ਔਰ ਬੜੀਆਂ ਵੱਡੀਆਂ ਚੀਜ਼ਾਂ ਦੇ ਉੱਤੇ ਆ। ਪਰ ਏਲੀਆ ਦਾ ਵਿਸ਼ਵਾਸ ਕਿੱਥੇ ਆ? ਖੁਦਾ ਦੇ ਉੱਤੇ। ਹਾਲੇਲੂਇਆ। ਪਰ ਇਹਦੇ ਨਾਲ ਜਿਹੜਾ ਏਲੀਆ ਦੇ ਨਾਲ ਆ, ਜਿਸ ਦਾ ਨਾਮ ਅਲੀਸ਼ਾ ਆ ਔਰ ਜਿਸ ਦਾ ਨਾਮ ਗਿਹਾਜੀ ਆ, ਉਹ ਅਲੀਸ਼ਾ ਦੇ ਨਾਲ ਖਾਂਦਾ ਪੀਂਦਾ ਆ, ਉਹਦੇ ਨਾਲ ਰਹਿੰਦਾ ਆ, ਪਰ ਉਸ ਦਾ ਵਿਸ਼ਵਾਸ ਨਹੀਂ ਹੋਇਆ। ਹਾਲੇਲੂਇਆ। ਇਹ ਜ਼ਰੂਰੀ ਨਹੀਂ ਆ ਕਿ ਅਸੀਂ ਇਕੱਠੇ ਸਾਡੇ ਰਹਿੰਦੇ ਹਾਂ ਤੇ ਸਾਡਾ ਵਿਸ਼ਵਾਸ ਇੱਕ ਆ। ਇਹ ਜ਼ਰੂਰੀ ਨਹੀਂ ਆ ਕਿ ਸਾਡੇ ਅੰਦਰ ਸਾਰੇ ਦੇ ਅੰਦਰ ਇੱਕੋ ਹੀ ਪਾਵਰ ਆ। ਇਹ ਜ਼ਰੂਰੀ ਨਹੀਂ ਆ। ਹਾਲੇਲੂਇਆ। ਪ੍ਰਭੂ ਦਾ ਵਚਨ ਕੀ ਕਹਿ ਰਿਹਾ? ਕਿਸੇ ਦੇ ਕੋਲ ਇੱਕ ਟੋੜਾ ਹੈ, ਕਿਸੇ ਦੇ ਕੋਲ 2 ਆ, ਕਿਸੇ ਦੇ ਕੋਲ 10 ਆ, ਕਿਸੇ ਦੇ ਕੋਲ 5 ਆ। ਹਾਲੇਲੂਇਆ। ਤੇ ਜਿਸ ਤਰ੍ਹਾਂ ਕਿਸੇ ਨੂੰ ਵੰਡ ਕੇ ਦਿੱਤਾ ਆ, ਉਸੇ ਤਰ੍ਹਾਂ ਖੁਦਾ ਉਹਨਾਂ ਨੂੰ ਵੀ ਦਿੰਦਾ ਹੈ ਬਰਕਤਾਂ, ਉਸੇ ਤਰ੍ਹਾਂ ਉਹਨਾਂ ਨੂੰ ਵੀ ਦਿੰਦਾ ਹੈ ਪਾਵਰਾਂ। ਪੜ੍ਹੀਏ। ਇਹ ਉਹ ਦੱਸਿਆ ਗਿਆ ਭਾਈ, ਵੇਖੋ ਉਹ ਤੋਥਾਨ ਵਿੱਚ ਹੈ। ਜਿਸ ਤਰ੍ਹਾਂ ਉਹ ਏਲੀਆ ਨੂੰ ਲੱਭਦੇ ਸੀ, ਉਸੇ ਤਰ੍ਹਾਂ ਇਸ ਏਲੀਆ ਨੂੰ ਲੱਭਦੇ ਆ। ਤੇ ਲਿਖਿਆ 4-5 ਟੋਲੀਆਂ ਘਲੀਆਂ ਗਈਆਂ ਤੇ ਸਾਰਿਆਂ ਨੂੰ ਇਹੋ ਗੱਲ ਕਹਿੰਦਾ ਗਿਆ, ਜੇ ਮੈਂ ਖੁਦਾ ਦਾ ਬੰਦਾ ਹਾਂ ਤਾਂ ਤੁਸੀਂ ਮਰ ਜਾਓ, ਖੁਦਾ ਦਾ ਬੰਦਾ ਹਾਂ ਤੇ ਮਰ ਜਾਓ, ਖੁਦਾ ਦਾ ਬੰਦਾ ਹਾਂ ਤੇ ਤੁਸੀਂ ਮਰ ਜਾਓ। ਕਾਫੀ ਨਹੀਂ ਕਾਫੀ ਉਸਨੇ ਫੌਜ ਮਾਰਤੀ। ਹੁਣ ਇੱਕ ਛੋਟਾ ਜਿਹਾ ਟੋਲਾ ਉਸਨੇ ਘਲਿਆ। ਹਾਲੇਲੂਇਆ। ਕਹਿੰਦਾ ਉਹ ਬੜੇ ਆਦਰ ਸੀ ਤੇ ਲੈ ਕੇ ਆਉਣ। ਹਾਲੇਲੂਇਆ। ਖੁਦਾ ਕੀ ਚਾਹੁੰਦਾ ਭਲਾ? ਆਦਰ ਚਾਹੁੰਦਾ। ਖੁਦਾ ਕੀ ਚਾਹੁੰਦਾ ਆ? ਆਦਰ ਚਾਹੁੰਦਾ ਆ। ਜੇ ਖੁਦਾ ਨੂੰ ਆਪਣੇ ਘਰ ਵਿੱਚ ਲਿਆਉਣਾ ਆ ਤੇ ਫਿਰ ਉਹ ਆਦਰ ਚਾਹੁੰਦਾ ਆ ਤੇ ਆਗਿਆਕਾਰੀ ਚਾਹੁੰਦਾ ਆ। ਵਚਨ ਦੇ ਅਨੁਸਾਰ ਪਰਮੇਸ਼ਰ ਆਉਂਦਾ ਆ। ਦਾਊਦ ਨੇ ਬੜਾ ਜ਼ੋਰ ਲਾ ਲਿਆ, ਬੜਾ ਵਿਸ਼ਵਾਸ ਕਰ ਲਿਆ ਕਿ ਪਰਮੇਸ਼ਰ ਬਹੁਤ ਸਾਰੇ ਪਾਰਟੀਆਂ ਦੇ ਨਾਲ, ਬਹੁਤ ਸਾਰੇ ਵਿਜੰਤਰੀਆਂ ਦੇ ਨਾਲ, ਬਹੁਤ ਸਾਰੇ ਮੇਰੇ ਵਿਸ਼ਵਾਸ ਦੇ ਨਾਲ ਤੇ ਖੌਰੇ ਮੇਰੇ ਜੀਵਨ ਵੱਲ ਦੇਖ ਕੇ ਪਰਮੇਸ਼ਰ ਮੇਰੇ ਘਰ ਵਿੱਚ ਆ ਜਾਏਗਾ। ਹਾਲੇਲੂਇਆ। ਕਿਉਂਕਿ ਪਹਿਲੇ ਪਰਮੇਸ਼ਰ ਕਿੱਥੇ ਸੀ? ਸੰਦੂਕ ਦੇ ਅੰਦਰ। ਹਾਲੇਲੂਇਆ। ਇਹੋ ਹੀ 10 ਹੁਕਮ ਜਿਹੜੇ ਸੀਗੇ ਇਹ ਸੰਦੂਕ ਦੇ ਅੰਦਰ ਸੀਗੇ। ਪਰ ਪਰਮੇਸ਼ਰ ਨੇ ਕਿਹਾ ਮੈਂ ਲੇਵੀਆਂ ਤੋਂ ਬਿਨਾਂ ਤੇਰੇ ਘਰ ਵਿੱਚ ਨਹੀਂ ਆ ਸਕਦਾ। ਹਾਲੇਲੂਇਆ। ਲੇਵੀ ਚੁੱਕਣਗੇ ਮੈਨੂੰ, ਉਹ ਮੈਨੂੰ ਆਦਰ ਦੇਣਗੇ, ਆਪਣੇ ਮੋਢੇ ਤੇ ਬਿਠਾਉਣਗੇ ਤੇ ਫਿਰ ਮੈਂ ਤੇਰੇ ਘਰ ਵਿੱਚ ਆਵਾਂਗਾ। ਆਮੀਨ। ਕਿਹੜੇ ਸੀਨੇ ਨਾਮ ਆਉਂਦਾ ਭਰਾ? ਲੇਵੀਆਂ ਦੇ ਸੀ। ਹਾਲੇਲੂਇਆ। ਲੇਵੀ ਕੌਣ ਹੈ? ਜਾਜਕ। ਹਾਲੇਲੂਇਆ। ਲੇਵੀ ਕੌਣ ਹੈ? ਖਾਸ ਹੈ ਉਹਦੇ। ਅੱਜ ਆਮ ਨਾਲ ਨਹੀਂ ਆਉਂਦਾ ਉਹ। ਹਾਲੇਲੂਇਆ। ਆਮ ਨਾਲ ਨਹੀਂ ਆਉਂਦਾ, ਖਾਸ ਨਾਲ ਆਉਂਦਾ। ਮੈਂ ਇਸ ਤਰ੍ਹਾਂ ਦੀਆਂ ਭੇਡਾਂ ਨੂੰ ਲੱਭਣ ਆਇਆ, ਗਵਾਚੀਆਂ ਹੋਈਆਂ ਭੇਡਾਂ ਦੀ ਆਇਆ ਹਾਂ। ਹਾਲੇਲੂਇਆ। ਮੈਂ ਆਪਣੀਆਂ ਭੇਡਾਂ ਨੂੰ ਆਵਾਜ਼ ਲੈ ਕੇ ਬੁਲਾਉਂਦਾ ਹਾਂ। हे ਪਤਰਸ, हे ਯਕੂਬ, हे ਯਹੂਨਾ, हे ਇੰਦਰਾਸ, हे ਫਿਲਿਪਸ, हे ਥੋਮਾ। ਹਾਲੇਲੂਇਆ। ਪੂਰੇ ਸੰਸਾਰ ਨੂੰ ਨਹੀਂ ਬੁਲਾਉਂਦਾ, ਕਿਉਂਕਿ ਉਹ ਕੀ ਕਰਦੇ ਆ? ਭਰਾ ਪਰਮੇਸ਼ਰ ਤੇ ਵਿਸ਼ਵਾਸ ਕਰਦੇ। ਹਾਲੇਲੂਇਆ। ਉਹ ਵਿਸ਼ਵਾਸ ਕਰਦੇ ਆ ਕਿ ਸਾਡਾ ਸੱਚਾ ਤੇ ਜਿਉਂਦਾ ਪਰਮੇਸ਼ਰ ਯਿਸੂ ਮਸੀਹ ਹੈ। ਹਾਲੇਲੂਇਆ। ਉਹਨੂੰ ਪਤਾ ਹੈ ਇਹ ਮੈਨੂੰ ਛੱਡ ਕੇ ਕਦੇ ਨਹੀਂ ਜਾ ਸਕਦਾ,
ਇਸੇ ਕਰਕੇ ਤਾਂ ਲਿਖਿਆ ਝੀਲ ਦੇ ਕਿਨਾਰੇ ਦੇ ਉੱਤੇ ਬਹੁਤ ਸਾਰੀ ਭੀੜ ਨੂੰ ਛੱਡ ਕੇ ਇਕੱਲੇ ਚਲੇ ਜਾਂਦਾ ਸੀ। ਤੇ ਕਿਹਦੇ ਕੋਲ ਜਾਂਦਾ ਸੀ ਭਰਾ? ਸ਼ਾਗਿਰਦਾਂ ਦੇ ਕੋਲ। ਤੇ ਭੇਤਾਂ ਦੀ ਸਮਝ ਕਿਹਨੂੰ ਦਿੰਦਾ ਸੀ? ਉਹ ਸ਼ਾਗਿਰਦਾਂ ਨੂੰ। ਦਰਸ਼ਟਾਨ ਦੇ ਅੰਦਰ ਬੋਲਦਾ ਸੀ ਤੇ ਉਹ ਕਹਿੰਦੇ ਪ੍ਰਭੂ ਸਾਨੂੰ ਸਮਝ ਨਹੀਂ ਲੱਗੀ। ਉਹਨੇ ਕਿਹਾ ਵੀ ਮੈਂ ਇੱਕ ਜਾਲ ਪਾਇਆ, ਡਾਂਡੇ ਕਸ਼ਮਕਸ਼ ਸਮੇਟ ਕੇ ਲਿਆਇਆ ਤੇ ਵਧੀਆ ਵਧੀਆ ਜਿਹੜੀਆਂ ਮੱਛਲੀਆਂ ਮੈਂ ਭੋਲੇ ਵਿੱਚ ਪਾਤੀਆਂ ਤੇ ਫਿਰ ਦੁਬਾਰਾ ਡਾਂਡੇ ਕਸ਼ਮਕਸ਼ ਸਾਰਤਾ। ਕਹਿੰਦਾ ਸਮਝ ਨਹੀਂ ਆਉਂਦੀ। ਹਾਲੇਲੂਇਆ। ਕਹਿੰਦਾ ਜਿਹੜੀਆਂ ਵਧੀਆ ਮੱਛਲੀਆਂ ਨੇ ਉਹ ਵਿਸ਼ਵਾਸੀ ਆ, ਤੇ ਕਹਿੰਦਾ ਡਾਂਡੇ ਕਸ਼ਮਕਸ਼ ਕੀ ਆ? ਕਹਿੰਦਾ ਸਾਰਾ ਸੰਸਾਰ। ਹਾਲੇਲੂਇਆ। ਅੱਜ ਵੀ ਪਰਮੇਸ਼ਵਰ ਬੇਸ਼ੱਕ ਵਚਨ ਦਾ ਜਾਲ ਸਾਰਿਆਂ ਉੱਤੇ ਪੈਂਦਾ ਆ, ਪਰ ਸਾਰੇ ਪਰਮੇਸ਼ਵਰ ਦੇ ਭਰੋਲੇ ਵਿੱਚ ਨਹੀਂ ਜਾਂਦੇ। ਹਾਲੇਲੂਇਆ। ਇਹ ਸਾਰੇ ਜਾ ਸਕਦੇ? ਬਹੁਤ ਮੁਸ਼ਕਿਲ। ਪੜ੍ਹੀਏ। ਸੋ ਉਹਨੇ ਘੋੜਿਆਂ ਰੱਥਾਂ ਦੇ ਇੱਕ ਤਗੜੀ ਫੌਜ ਨੂੰ ਉਧਰ ਘੱਲਿਆ ਅਤੇ ਉਹਨਾਂ ਨੇ ਰਾਤੋਂ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ। ਤਦ ਪਰਮੇਸ਼ਰ ਦੇ ਜਾਂਦੇ ਟੈਂਗੋ ਸਵੇਰੇ ਉੱਠ ਕੇ ਬਾਹਰ ਗਿਆ ਤਾਂ ਵੇਖਿਆ ਭਾਈ ਇੱਕ ਫੌਜੀ ਨੇ ਘੱਟ ਵਿਸ਼ਵਾਸ ਵਾਲਾ ਬੰਦਾ ਜਿਹੜਾ ਖੁਦਾ ਦੇ ਦਾਸ ਦੇ ਨਾਲ ਰਹਿੰਦਾ ਆ ਤੇ ਉਸ ਨੂੰ ਪੂਰਾ ਵਿਸ਼ਵਾਸ ਦਿਲਾਉਂਦਾ ਆ ਕਿ ਮੈਂ ਤੇਰੇ ਨਾਲ ਪੂਰੀ ਤਰ੍ਹਾਂ ਵਧੀਆ ਢੰਗ ਨਾਲ ਚੱਲ ਰਿਹਾ। ਉਸ ਨੂੰ ਵਿਸ਼ਵਾਸ ਦਿਲਾਉਂਦਾ ਆ ਕਿ ਮੈਂ ਬਹੁਤ ਵਧੀਆ ਆ। ਭਲਾ ਖੁਦਾ ਦੇ ਬੰਦੇ ਨੂੰ ਕੋਈ ਧੋਖਾ ਦੇ ਸਕਦਾ? ਦੇ ਸਕਦਾ? ਤੇ ਖੁਦਾ ਉਸ ਨੂੰ ਕੀ ਕਰੇਗਾ? ਪ੍ਰਗਟ ਕਰੇਗਾ ਪ੍ਰਗਟ। ਆਮੀਨ। ਹਾਲੇਲੂਇਆ। ਧੋਖਾ ਨਹੀਂ ਦੇ ਸਕਦਾ। ਸੁਣੋ ਦੇ ਕਿਤਾਬ 5 ਅਧਿਆਇ 'ਚ ਲਿਖਿਆ ਹਨਨੀਆ ਦੇ ਸਪੀਰਾ ਨੇ ਜਦੋਂ ਜ਼ਮੀਨ ਵੇਚੀ ਤੇ ਪਤਰਸ ਨੇ ਖੁਦਾ ਦੇ ਬੰਦੇ ਨੇ ਸੋਚਿਆ ਕਿ ਇਹ ਮੇਰੇ ਤੇ ਵਿਸ਼ਵਾਸ ਕਰਦੇ ਨੇ ਔਰ ਸੱਚ ਬੋਲਣਗੇ, ਤੇ ਉਸਨੇ ਆਪਣੀ ਕਲੀਸਿਆ ਤੇ ਸੱਚ ਬੋਲਣ ਦਾ ਵਿਸ਼ਵਾਸ ਕੀਤਾ। ਤੇ ਲਿਖਿਆ ਜਦੋਂ ਹਨਨੀਆ ਦੇ ਸਪੀਰਾ ਨੇ ਜ਼ਮੀਨ ਵੇਚੀ ਤੇ ਆ ਕੇ ਝੂਠ ਬੋਲ ਦਿੱਤਾ। ਦੋਨੋਂ ਨੇ ਝੂਠ ਬੋਲਤਾ। ਆਉਣ ਅਗੜ ਪਿਛੜ ਰਹੇਗੇ, ਇਕੱਠੇ ਨਹੀਂ ਆਏ। ਉਹ ਅਗੜ ਪਿਛੜ ਆਉਂਦੇ ਸੀ ਤੇ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਨਾ, ਤੂੰ ਉਹੀ ਗੱਲ ਪਾਸਟਰ ਨੂੰ ਝੂਠ ਬੋਲਣੀ ਆ। ਦੇਖੀ ਕਿਤੇ ਬਿਆਨ ਨਾ ਬਦਲਣੀ। ਤੂੰ ਮੇਰੀ ਪਤਨੀ ਆ, ਮੈਂ ਤੇਰਾ ਪਤੀ ਆ, ਪਰ ਜਿਹੜੀ ਗੱਲ ਆਪਾਂ ਹੁਣ ਪੱਕੀ ਕਰ ਲਈਏ ਨਾ, ਉਹਨੂੰ ਚੰਗੀ ਤਰ੍ਹਾਂ ਕਰ ਲਈਏ। ਭਲਾ ਕੀ ਪੱਕਾ ਕਰਨ ਲਈ? ਤੇ ਝੂਠ ਦੇ ਪੱਕਾ ਕਰਨੇ, ਦੂਸਰੇ ਪੱਖ 'ਚ ਕੀ ਪੱਕਾ ਕਰਨ ਲਈ? ਭਲਾ ਤੈਨੂੰ ਪਤਾ ਵੀ ਇਹਦੇ ਲਿਖਦਾ ਕੀ ਕਰ ਰਹੀ ਭਾਜੀ? ਪੱਕਾ ਨਹੀਂ ਬਾਤ। ਜ਼ਮੀਨ ਤੁਹਾਡੇ ਦੇ ਵਿੱਚ ਹਾਂਜੀ ਜ਼ਮੀਨ ਤੁਹਾਡੇ ਦੇ ਵਿੱਚ ਹੀ ਹੈ। ਨਹੀਂ ਕੁਛ ਹੋਰ ਪੱਕਾ ਕਰ ਰਹੀ ਹੋ। ਮੈਂ ਤੁਹਾਨੂੰ ਦੱਸਾਂ ਕਿ ਵੱਡਾ ਗੱਲ ਦੱਸਣਾ ਤੁਹਾਨੂੰ ਲੱਗੀ ਪੱਕਾ ਕਰਨੀ। ਆਪਣੀ ਮੌਤ ਦਾ ਦਿਨ ਪੱਕਾ ਕਰ ਰਹੀ। ਹਾਲੇਲੂਇਆ। ਯਾਦ ਰੱਖੋ ਜਿੱਦਾਂ ਇਹ ਹਨਨੀਆ ਦੇ ਕੋਲ ਆਉਂਦਾ ਆ ਤੇ ਉਹ ਕਹਿੰਦਾ ਪਤਰਸ ਕਹਿੰਦਾ ਕੀ ਹਨਨੀਆ ਜ਼ਮੀਨ ਇਹਨੇ ਨੂੰ ਵੇਚੀ ਆ? ਤੇ ਉਹ ਕਹਿੰਦਾ ਹਾਂਜੀ ਜ਼ਮੀਨ ਇਹਨੇ ਨੂੰ ਵੇਚੀ ਆ। ਤੇ ਕਹਿੰਦਾ ਤੂੰ ਹੁਣੇ ਮਰ ਜੇ। ਤੇ ਕਹਿੰਦਾ ਦੀ ਮੰਜੀ ਚੁੱਕੋ ਤੇ ਇਹਨੂੰ ਛੱਡਿਓ। ਹਾਲੇਲੂਇਆ। ਉਹਦੀ ਪਤਨੀ ਆਉਂਦੀ ਆ ਸਪੀਰਾ ਤੇ ਕਹਿੰਦਾ ਕੀ ਸਪੀਰਾ ਇਹਨੇ ਨੂੰ ਜ਼ਮੀਨ ਵੇਚੀ ਆ? ਤੇ ਕਹਿੰਦੀ ਹਾਂਜੀ ਇਹਨੇ ਨੂੰ ਜ਼ਮੀਨ ਵੇਚੀ ਆ। ਤੇ ਕਹਿੰਦਾ ਹੁਣੇ ਮੈਂ ਤੇਰੇ ਪ੍ਰਾਣ ਨਿਕਲ ਜਾਵਾਂ। ਕਿਉਂਕਿ ਇਹ ਝੂਠ ਤੁਸੀਂ ਕਿਸੇ ਮਨੁੱਖ ਨਾਲ ਨਹੀਂ, ਪਰਮੇਸ਼ਰ ਨਾਲ ਬੋਲਿਆ, ਅਰਥਾਤ ਪਵਿੱਤਰ ਆਤਮਾ ਨਾਲ ਬੋਲਿਆ। ਕੀ ਕਰ ਲਈ ਭਰਾ? ਮੌਤ ਦਾ ਦਿਨ ਮੁਕਰਰ ਕਰ ਲਿਆ। ਹਾਲੇਲੂਇਆ। ਮੌਤ ਦਾ ਦਿਨ ਸਥਾਪਿਤ ਕਰ ਲਿਆ ਆਪਣੇ ਉੱਤੇ। ਭਲਾ ਕੀ ਪਤਰਸ ਨੂੰ ਪੈਸੇ ਦੀ ਲੋੜ ਸੀ? ਨਹੀਂ। ਕੀ ਉਹਨੇ ਲੋਕ ਪੈਸੇ ਧਾਰੇ ਲੈਣੇ ਸੀ? ਨਹੀਂ। ਹਾਲੇਲੂਇਆ। ਤੁਹਾਨੂੰ ਬਰਕਤ ਦੇਵੇ। ਅੱਜ ਸਾਰਾ ਆਦਰ ਮਹਿਮਾ ਪਰਮੇਸ਼ਰ ਨੂੰ ਮਿਲੇ। हालेलुया। मैं तुहानू पहले दस चुकिया आपके जीवन में परमेश्वर का क्या स्थान है, ये तुहानू रखना किया बड़ा जरूरी है। परमेश्वर को आदर देना, सच बोलना। देखा झूठ का तुहाडे विच जीवन दे विच ना निशान ना होवे, क्योंकि तुहाडा विश्वास होना चाहिए कि मेरा परमेश्वर सब कुछ कर सकता है। मैंने झूठ बोलने की कोई लोड़ नहीं। मैं झूठ बोल के कुछ भी प्राप्त नहीं कर सकता। झूठ तुहाडे जीवन दे विच लिखा लागे छागे ना। बहुत सारे लोग झूठ बोलने की कोशिश करते हैं। हालेलुया। तो बरकत दे। मैं इसे नहीं कदे कोई भाई दे कोलों कभी भी कोई संगत का भाई अज तक कोई रिकॉर्ड मैंने कह दे कि किसी के कोलों मैं 10,000 रुपया मंगया हो, 5,000 रुपया मंगया हो, नहीं, क्योंकि कदे झूठ ना बोल दे। तो फिर भाई को दस देते ना कि मेरे को 7 लाख रुपया आ गया, भाई ने कहना कि 50,000 रुपया दे देंगे मेरे साथ, तो 10,000 दे दे। हालेलुया। मैं एक भाई ना बहुत पढ़ाई करता, वो भाई बार बार मैंने छड़ के जाई जाता, बार बार आंदा कलीसिया ते जाई जाता, बार बार जाई जाता। एक दिन मैं मेरी पत्नी उन्होंने घर में चले गए, तो अपनी मर्जी ने छड़ के गया कलीसिया सब कुछ,
ਤੇ ਮੈਂ ਕਿਹਾ ਭਾਈ ਜੀ ਜੈਮ ਸਿੰਘ ਮੈਂ ਗਲੇ ਮਿਲਿਆ, ਕਹਿੰਦਾ ਭਾਈ ਜੀ ਮੈਨੂੰ ਗਲੇ ਨਹੀਂ ਮਿਲਣਾ। ਮੈਂ ਜੀ ਬਹੁਤ ਵਧੀਆ ਗੱਲ ਹੈ। ਮੈਂ ਕਿਹਾ ਵੀ ਭਾਈ ਜੀ ਮੈਂ ਤੇ ਤੁਹਾਨੂੰ ਪਿਛਲੇ ਦਿਨਾਂ 'ਚ ਗਲੇ ਮਿਲਿਆ, ਮੈਂ ਤੇ ਤੁਹਾਡੇ ਕੋਲ ਆਇਆ ਹੀ ਨਹੀਂ ਕਦੀ, ਤੁਹਾਨੂੰ ਮਿਲਿਆ ਹੀ ਨਹੀਂ ਮੈਂ, ਅੱਜ ਕੀ ਹੋ ਗਿਆ ਗਲੇ ਮਿਲਣ ਵਾਲਾ? ਕਹਿੰਦਾ ਵੀ ਅਤੀ ਪ੍ਰਕਾਸ਼ਨ ਤੋਂ ਬਾਹਰ। ਮੈਂ ਕਿਹਾ ਜੀ ਇਹ 1.5-2 ਮਹੀਨੇ ਬਾਅਦ ਪ੍ਰਕਾਸ਼ਨ ਬਦਲ ਜਾਂਦਾ, ਮੈਨੂੰ ਸਮਝ ਨਹੀਂ ਲੱਗਦੀ ਕਿ ਜਦੋਂ 1.5 ਮਹੀਨਾ ਹੁੰਦਾ, 2 ਮਹੀਨੇ ਹੁੰਦੇ ਆ, ਤੁਸੀਂ ਪ੍ਰਕਾਸ਼ਨ ਨਵਾਂ ਲੈ ਕੇ ਆ ਜਾਂਦੇ ਹੋ ਤੇ ਫਿਰ ਉਹ ਸੱਚਾ ਹੋ ਜਾਂਦਾ ਤੇ ਫਿਰ ਤੁਸੀਂ ਵਾਪਸ ਚੱਲ ਜਾਂਦੇ ਹੋ। ਤੇ ਮੇਰਾ ਖਿਆਲ ਇੱਦਾਂ ਹੀ ਕੋਈ 10 ਕੇ 20 ਵਾਰੀ ਇੱਦਾਂ ਕਲੀਸਿਆ 'ਚ ਅਪ ਡਾਊਨ ਹੋ ਗਿਆ। ਤੇ ਮੈਂ ਕਿਹਾ ਮੇਰਾ ਵੀ ਐਕਸਪੀਰੀਅੰਸ ਵੱਧਦਾ ਪਿਆ। ਹਾਲੇਲੂਇਆ। ਮੈਨੂੰ ਹੁਣ ਗੁੱਸਾ ਹੀ ਨਹੀਂ ਆਉਂਦਾ, ਮੈਨੂੰ ਆਉਂਦਾ ਹੀ ਨਹੀਂ ਗੁੱਸਾ। ਜਿਹੜਾ ਮਰਜ਼ੀ ਚੱਲ ਜਾਏ, ਜਿਹੜਾ ਮਰਜ਼ੀ ਲੈ ਜਾਏ, ਮੈਨੂੰ ਪਤਾ ਹੀ ਨਹੀਂ ਹੁੰਦਾ। ਹਾਲੇਲੂਇਆ। ਕਈ ਲੋਕ ਕਹਿੰਦੇ ਸਾਡੀ ਪਰਵਾਹ ਨਹੀਂ ਕਰਦੇ। ਮੈਂ ਕਿਹਾ ਮੈਂ ਮੁੰਡੇ ਦਾ ਵਿਆਹ ਥੋੜ੍ਹੀ ਖਿਚਾਇਆ ਵੀ ਮੈਂ ਤੁਹਾਡੀ ਪਰਵਾਹ ਕਰਾਂ, ਵੀ ਮੈਂ ਤੁਹਾਡੇ ਮਨਾਵਾਂ ਜਾ ਕੇ। ਇਹ ਚਰਚ ਆ, ਇੱਥੇ ਆਓ, ਸੇਵਾ ਕਰੋ, ਰੱਬ ਦਾ ਕੰਮ ਕਰੋ। ਮਨਾਉਣਾ ਮੇਰਾ ਕੰਮ ਨਹੀਂ ਹੈਗਾ, ਕਿਉਂਕਿ ਖੁਦਾ ਦਾ ਬੰਦਾ ਕੀ ਕਹਿੰਦਾ ਹੈ? ਕਹਿੰਦਾ ਜੇ ਹੁਣ ਮੈਂ ਰੋਟੀਆਂ ਖਵਾਉਣ ਦੇ ਵਿੱਚ ਤੇ ਮਨਾਉਣ ਦੇ ਵਿੱਚ ਰਿਹਾ ਤਾਂ ਮੈਂ ਖੁਦਾ ਦੀ ਸੇਵਾ ਕਦੋਂ ਕਰਾਂਗਾ? ਹਾਲੇਲੂਇਆ। ਮਨਾਵਾਂ ਤੇ ਉਹਨਾਂ ਨੂੰ ਜਿਹੜੇ ਦੁੱਧ ਪੀਂਦੇ ਨੇ ਤੇ ਜਿਹੜੇ ਮਾਸ ਖਾਂਦੇ ਉਹਨਾਂ ਨੂੰ ਮੈਂ ਮਨਾਉਂਦਾ। ਦੁੱਧ ਪੀਂਦੇ ਨੂੰ ਮਨਾਉਂਦਾ ਆ, ਕਿਉਂਕਿ ਬਚਨ ਵਿੱਚ ਕਹਿੰਦਾ ਹੈ ਕਮਜ਼ੋਰ ਨੂੰ ਆਪਣੇ ਵਿੱਚ ਲੈ ਜਾਓ। ਤੇ ਜਿਹੜਾ ਮਾਸ ਖਾਂਦਾ ਉਹ ਕਿਉਂ ਜਾਂਦਾ? ਕਿਉਂਕਿ ਮੈਨੂੰ ਪਤਾ ਹੈ 14 ਸਾਲ ਇੱਥੇ ਹੋ ਗਏ ਨੇ, 12 ਸਾਲ ਹੋ ਗਏ ਨੇ, 18 ਸਾਲ ਹੋ ਗਏ ਨੇ, 10 ਸਾਲ ਹੋ ਗਏ, ਮੈਨੂੰ ਕੋਈ ਜਾਣ ਦੀ ਲੋੜ ਨਹੀਂ, ਇਹ ਆਪਣੇ ਆਪ ਹੀ ਆ ਜਾਊਗਾ ਜਦੋਂ ਸਮਝ ਲੱਗ ਜੂਗੀ ਬਚਨ। ਹਾਲੇਲੂਇਆ। ਉਹ ਤੁਹਾਨੂੰ ਆਸ਼ੀਸ਼ ਦੇਵੇ। ਉਹ ਭਾਈ ਜਦੋਂ ਵੀ ਮੈਨੂੰ ਕਹਿੰਦਾ ਭਾਈ ਜੀ ਮੈਂ ਆਉਣਾ ਚਾਹੁੰਦਾ, ਮੈਂ ਆ ਜਾਓ। ਜਦੋਂ ਉਹਨੇ ਚੱਲ ਜਾਣਾ ਪੁੱਛੇ ਆਪਣੇ ਖੁਦਾ ਤੁਹਾਨੂੰ ਬਰਕਤ ਦੇਵੇ। ਅਸੀਂ ਬਚਨ ਸਿੱਖਣ ਇਸ ਥਾਂ ਉੱਤੇ ਖੜੇ ਹੋਏ ਹਾਂ। ਪੜ੍ਹੀਏ। ਘੋੜਿਆਂ ਤੇ ਰੱਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ। ਘੋੜਿਆਂ ਤੇ ਰੱਥਾਂ ਦੇ ਨਾਲ ਸ਼ਹਿਰ ਨੂੰ ਘੇਰਿਆ ਸੀ। ਤਦ ਉਸ ਨੇ ਟਹਿਲੂਏ ਨੇ ਉਸ ਨੂੰ ਆਖਿਆ, ਹਾਂਜੀ ਪੜ੍ਹੀਏ। ਹਾਏ ਮੇਰੇ ਸੁਆਮੀ ਜੀ, ਹਾਏ ਮੇਰੇ ਸੁਆਮੀ ਜੀ। ਘਬਰਾ ਗਿਆ ਤੇ ਕਹਿੰਦਾ ਹਾਏ ਮੇਰੇ ਸੁਆਮੀ ਜੀ, ਅਸੀਂ ਕੀ ਕਰੀਏ? ਉਹ ਕਦੇ ਦੁੱਖ ਨਹੀਂ ਨਾ ਦੇਖਿਆ, ਕਦੇ ਤਕਲੀਫ ਝੱਲੀ ਨਹੀਂ, ਸੁੱਖ ਦੀਆਂ ਆਸ਼ੀਸ਼ਾਂ ਦੀਆਂ ਪ੍ਰਾਰਥਨਾਵਾਂ ਦੀਆਂ ਰੋਟੀਆਂ ਖਾਧੀਆਂ, ਸੁੱਖ ਦੇ ਵਿੱਚ ਜੀਵਨ ਕੱਟਿਆ, ਠੰਡੀ ਝੁੱਗੀ ਦੇ ਵਿੱਚ ਜੀਵਨ ਬਤੀਤ ਕੀਤਾ, ਠੰਡੇ ਜੀਵਨ ਬਤੀਤ ਕੀਤੇ, ਕਦੇ ਦੁੱਖ ਦੇਖਿਆ ਹੀ ਨਹੀਂ, ਕਦੇ ਘੇਰਿਆ ਹੋਇਆ ਦੇਖਿਆ ਹੀ ਨਹੀਂ, ਤੇ ਹਾਏ ਨਿਕਲੀ। ਪੜ੍ਹੀਏ। ਤਦ ਅਲੀਸਾ ਨੇ ਬੇਨਤੀ ਕੀਤੀ। ਤਦ ਅਲੀਸ਼ਾ ਨੇ ਆਖਿਆ, ਪੜ੍ਹੀਏ। ਉਸ ਨੇ ਆਖਿਆ ਨਾ ਡਰ। ਉਸ ਨੇ ਆਖਿਆ ਨਾ ਡਰ, ਕਿਉਂ ਜੋ ਸਾਡੇ ਨਾਂ ਤੇ ਉਹਨਾਂ ਦੇ ਨਾਂ ਦੇ ਨਾਲ ਬਾਹਰਲੇ ਹਨ। ਹਾਲੇਲੂਇਆ। ਕੀ ਕਹਿ ਰਹੇ ਹੋ? ਨਾ ਡਰ, ਨਾ ਆਪਣਾ ਵਿਸ਼ਵਾਸ ਕਮਜ਼ੋਰ ਕਰ, ਨਾ ਈਮਾਨ ਆਪਣਾ ਡੋਲ। ਜਿਹੜਾ ਸਾਡੇ ਨਾਲ ਆ ਉਹ ਇਹਨਾਂ ਨਾਲੋਂ ਕਾਫੀ ਵੱਡਾ ਹੈ। ਹਾਲੇਲੂਇਆ। ਬਾਈਬਲ 'ਚ ਕੀ ਲਿਖਿਆ? ਪਰਮੇਸ਼ਰ ਦੇ ਕੋਲ ਇੰਨੇ ਦੂਤ ਨੇ, ਪਰਮੇਸ਼ਰ ਦੇ ਕੋਲ ਇੰਨੀ ਕੀ ਫੌਜ ਆ। ਹੈਰੋਦਿਸ ਨੂੰ ਕੀ ਕਹਿੰਦਾ? ਹਾਲੇਲੂਇਆ। ਕਹਿੰਦਾ ਜਾਓ ਇਸ ਲੂੰਬੜੀ ਦੇ ਬੱਚੇ ਨੂੰ ਕਹੋ ਕਿ ਜੇ ਇੱਥੇ ਹਿੰਮਤ ਆ ਤੇ ਮੈਨੂੰ ਫੜ ਦੇ। ਮੈਂ ਜਾਵਾਂ ਤੇ ਲੱਖਾਂ ਹਜ਼ਾਰਾਂ ਦੂਤਾਂ ਦੀ ਫੌਜ ਜਿਹੜੀ ਇਸ ਥਾਂ ਤੇ ਆ ਸਕਦੀ। ਆਮੀਨ। ਆਮੀਨ। ਵਿਸ਼ਵਾਸ ਹੀ ਦਿਲਾਉਣ ਡਿਆ ਸੀ ਭਲਾ। ਅਲੀਸ਼ਾ ਦੇ ਵਿੱਚੋਂ ਦੀ ਮਸੀਹੀ ਅਲੀਸ਼ਾ ਦੇ ਵਿੱਚੋਂ ਦੀ ਹੋ ਕੇ ਬੋਲ ਰਿਹਾ ਸੀ। ਪਰਮੇਸ਼ਵਰ ਅਲੀਸ਼ਾ ਦੇ ਵਿੱਚੋਂ ਦੀ ਹੋ ਕੇ ਬੋਲ ਰਿਹਾ ਸੀ। ਨਾ ਡਰ, ਆਪਣਾ ਵਿਸ਼ਵਾਸ ਕਮਜ਼ੋਰ ਨਾ ਕਰ। ਜਿਹੜੀ ਇਹ ਫੌਜ ਤੂੰ ਛੋਟਾ ਜਿਹਾ ਟੁਕੜਾ ਦੇਖ ਰਿਹਾ, ਇਹਦੇ ਨਾਲੋਂ ਵੱਧ ਸਵਰਗਦੂਤ ਨੇ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਅੱਜ ਵੱਡਾ ਆਪਣਾ ਵਿਸ਼ਵਾਸ ਆਪਣਾ ਵੱਡਾ ਰੱਖੋ। ਭਾਵੇਂ ਕਿ ਬਿਮਾਰੀਆਂ ਨਾਲ ਘਿਰੇ ਗਏ ਹੋ, ਭਾਵੇਂ ਕਿ ਗਰੀਬੀ ਨਾਲ ਘਿਰੇ ਗਏ ਹੋ, ਚਾਹੇ ਕਿ ਪਰੇਸ਼ਾਨੀਆਂ ਨਾਲ ਘਿਰੇ ਗਏ ਹੋ, ਚਾਹੇ ਦੁੱਖ ਨਾਲ ਘਿਰੇ ਗਏ ਹੋ, ਚਾਹੇ ਕਸ਼ਟ ਨਾਲ ਘਿਰੇ ਗਏ ਹੋ। ਪ੍ਰਭੂ ਦਾ ਵਚਨ ਕੀ ਕਹਿ ਰਿਹਾ? ਹਾਲੇਲੂਇਆ। ਚਾਹੇ ਫਸਲ ਬੀਜ ਨਾ ਉਗਾਵੇ, ਭਾਵੇਂ ਅੰਗੂਰੀ ਵੇਲ ਫਲ ਨਾ ਦੇਵੇ, ਪਰ ਮੈਂ ਫਿਰ ਵੀ ਆਪਣੇ ਪਰਮੇਸ਼ਰ ਦੇ ਵਿੱਚ ਬਾਗ ਹੋਵਾਂਗਾ। ਆਮੀਨ। ਹਾਲੇਲੂਇਆ। ਹਾਲੇਲੂਇਆ। ਮੈਂ ਫਿਰ ਵੀ ਖੁਸ਼ ਹੋਵਾਂਗਾ, ਆਨੰਦ ਹੋਵਾਂਗਾ। ਮੇਰਾ ਪਰਮੇਸ਼ਰ ਮੇਰੇ ਨਾਲ ਹੈ। ਆਮੀਨ। ਤੁਸੀਂ ਭਜਨ ਸੁਣਿਆ ਨਾ, ਕੀ ਬੋਲਿਆ ਕਿ ਯਹੋਵਾ ਮੇਰੇ ਵੱਲ ਹੈ। ਹਾਲੇਲੂਇਆ। ਯਹੋਵਾ ਮੇਰੇ ਵੱਲ ਹੈ। ਕੀ ਸੀ ਸ਼ਬਦ? ਕੀ ਸੀ ਮੇਰੇ ਜੀ? ਬੜੇ ਵਧੀਆ ਭਜਨ ਸੀ ਤੁਹਾਡਾ। ਯਹੋਵਾ ਦੇ ਰੱਖ ਲੈ, ਯਹੋਵਾ ਦੇ ਰੱਖ ਲੈ ਵਿਸ਼ਵਾਸ, ਤੇ ਤੇਰੇ ਸਾਰੇ ਮਨੋਰਥ ਕੀ ਹੋਣਗੇ? ਪੂਰੇ। ਇੱਕ ਨਹੀਂ ਹੋਵੇਗਾ, ਸਾਰੇ ਮਨੋਰਥ ਪੂਰੇ ਹੋਣਗੇ। ਹਾਲੇਲੂਇਆ। ਉਹ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਉਹ ਤੁਹਾਡੇ ਨਾਲ ਹੋਵੇ, ਸਾਥ ਹੋਵੇ। ਪੜਾਂਗੇ। ਤਦ ਅਲੀਸਾ ਨੇ ਬੇਨਤੀ ਕੀਤੀ। ਤਦ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਤੇ ਆਖਿਆ, ਇਹ ਜਵਾਂ ਤੂੰ ਉਹਦੀਆਂ ਅੱਖਾਂ ਖੋਲ। ਔਰ ਵਿਸ਼ਵਾਸ ਨਾਲ ਆਪਣੇ ਪਰਮੇਸ਼ਰ ਨੂੰ ਦੇਖਿਆ ਅਤੇ ਕਿਹਾ, ਪਰਮੇਸ਼ਰ ਇਸ ਦੀਆਂ ਅੱਖਾਂ ਨੂੰ ਖੋਲ ਦੇ ਜੋ ਸਦੀਆਂ ਤੋਂ ਬੰਦ ਸੀਗੀਆਂ। ਭਾਈ ਉਹ ਵੇਖੇ ਅਤੇ ਜਵਾਨ ਨੇ ਉਸ ਜਵਾਨ ਦੀਆਂ ਅੱਖਾਂ ਖੋਲ ਦਿੱਤੀਆਂ। ਉਸ ਜਵਾਨ ਦੀ ਅੱਖਾਂ ਖੋਲ ਕੇ ਅੱਜ ਸਾਡੇ ਵਿੱਚੋਂ ਕਈਆਂ ਦੀਆਂ ਅੱਖਾਂ ਬੰਦ ਨੇ। ਹਾਲੇਲੂਇਆ। ਭਾਵੇਂ ਉਹ ਚਰਚ ਦੇ ਵਿੱਚ ਨੇ, ਭਾਵੇਂ ਉਹ ਖੁਦਾ ਦੇ ਦਾਸ ਨਾਲ ਰਹਿੰਦੇ ਨੇ, ਪਰ ਫਿਰ ਵੀ ਮੈਂ ਸਮਝਦਾ ਵੀ ਅੱਖਾਂ ਬੰਦ ਨੇ। ਹਾਲੇਲੂਇਆ। ਭੱਜਦੇ ਬਣਾ ਕਿੱਧਰ ਨੂੰ? ਡਾਕਟਰ ਵਾਲਾ। ਹਾਲੇਲੂਇਆ।
ਪਰ ਡਾਕਟਰਾਂ ਦੇ ਡਾਕਟਰ ਵਾਲੇ ਘੱਟ ਭਜਦੇ ਨੇ, ਪਰ ਡਾਕਟਰਾਂ ਵਾਲੇ ਜ਼ਿਆਦਾ ਭਜਦੇ ਨੇ। ਹਾਲੇਲੂਇਆ। ਯਾਦ ਰੱਖੋ, ਜਦੋਂ ਡਾਕਟਰਾਂ ਦੇ ਡਾਕਟਰ ਵਾਲੇ ਭਜੋਗੇ ਤੇ ਫਿਰ ਉਹ ਕੀ ਹੋ ਜਾਵੇਗਾ? ਚੰਗਾ। ਪਰ ਜੇ ਤੁਸੀਂ ਆਪਣਾ ਦਿਮਾਗ ਇਸਤੇਮਾਲ ਕਰੋਗੇ, ਆਪਣੀ ਸਮਝ ਦਾ ਇਤਬਾਰ ਨਾ ਕਰ, ਆਪਣੇ ਪਰਮੇਸ਼ਰ ਨੂੰ ਪੂਰੇ ਦਿਲ ਨਾਲ, ਪੂਰੀ ਜਾਨ ਨਾਲ, ਤਨ ਮਨ ਤੇ ਧਨ ਨਾਲ ਕੀ ਕਰ ਤੂੰ ਪਿਆਰ, ਪੂਰੇ ਵਿਸ਼ਵਾਸ ਨਾਲ। ਹਾਲੇਲੂਇਆ। ਇੱਕ ਹੁੰਦਾ ਵਿਸ਼ਵਾਸ, ਇੱਕ ਹੁੰਦਾ ਸਿੱਧ ਵਿਸ਼ਵਾਸ। ਹਾਲੇਲੂਇਆ। ਇੱਕ ਹੁੰਦਾ ਸੁਣਨਾ, दूसरा ਹੁੰਦਾ ਰੀਜਨਲ ਸੁਣਨਾ। ਆਮੀਨ। ਹਾਲੇਲੂਇਆ। ਅੱਜ ਵੀ ਕਿਸ ਤਰ੍ਹਾਂ ਸੁਣ ਰਹੇ ਹੋ? ਰੀਜਨਲ। ਹਾਲੇਲੂਇਆ। ਘੱਟ ਕਿਉਂ ਆਵਾਜ਼? ਮੈਂ ਕਿਹਾ 5-7 ਰੀਜਨਲ ਸੁਣਦੇ, ਬਾਕੀ ਇਹਦੇ ਸੁਣ ਕਿਤਨਾ ਸੁਣਨਾ ਵੀ ਸਾਰੇ ਆਵਾਜ਼ ਜਾਣਗੇ। ਹਾਲੇਲੂਇਆ। ਹਾਲੇਲੂਇਆ। ਬਰਕਤ ਦੇਵੇ ਪਰਮੇਸ਼ਰ ਦੇ ਵਚਨ ਨੂੰ ਰੀਜਨਲ ਸੁਣਨਾ ਤੇ ਰੀਜ ਦੇ ਨਾਲ ਉਸ ਦੀ ਕਰਨੀਆਂ ਪਾਲਣਾ, ਤਾਂ ਤੁਹਾਡੇ ਮਨੋਰਥ ਜਿਹੜੇ ਨੇ ਪਰਮੇਸ਼ਰ ਜੀਵਨ ਦੇ ਵਿੱਚ ਕੀ ਕਰੇਗਾ? ਪੂਰਾ। ਤੁਹਾਨੂੰ ਆਸ਼ੀਸ਼ ਦੇ ਥੋੜੇ ਸਮੇਂ ਬਾਅਦ ਇੱਕ ਬਹੁਤ ਵੱਡੀ ਗਵਾਹੀ ਤੁਹਾਡੇ ਸਾਹਮਣੇ ਆਵੇਗੀ। ਹਾਲੇਲੂਇਆ। ਇੱਥੇ ਤੁਹਾਡੇ ਹੀ ਅੰਦਰ ਬਹੁਤ ਵੱਡੀ ਗਵਾਹੀ ਜਿਸ ਸਥਾਨ ਦੇ ਉੱਤੇ ਹੈ ਤੁਹਾਡੇ ਸਾਹਮਣੇ ਆਵੇਗੀ। ਪਰਮੇਸ਼ਰ ਨੇ ਉਸ ਨੂੰ ਚੰਗਾ ਕੀਤਾ ਹੈ, ਸੰਗਤ ਦੇ ਵਿਸ਼ਵਾਸ ਹੈ। ਹਾਲੇਲੂਇਆ। ਇਸ ਤਰ੍ਹਾਂ ਮੈਂ ਉਸ ਦੀ ਕੰਡੀਸ਼ਨ ਦੇਖੀ, लेकिन सर्वशक्तिमान परमेश्वर ने उसको छुआ है और ये बहुत बड़ी गई है। तो बरकत दे। मैं ज़्यादा लिखा नहीं इसकी गल कर रहा, बाकी मैं वचन के पूरी तरह आपको लिखना चाहता हाँ। लिखा जेड़ा विश्वास करे बपतिस्मा लवे सो बचाया। अज दूसरे किसी का भी कोई चांस तो खाना खाओ, तो खाना खाओ जे तुम धोखे दे विच हो ते धोखे दे विचों बाहर आ जाओ। तुहानूं विश्वास, तौबा ਅਤੇ ਬੈਪਤਿਸਮ ਲੈਣਾ ਕੀ ਆ? ਬੜਾ ਜ਼ਰੂਰੀ ਹੈ। ਪਰ ਜੇ ਤੁਸੀਂ ਚਾਹੁੰਦੇ ਕਿ ਮੇਰੇ ਭੂਤ ਹੀ ਸਾਡੇ ਵਿੱਚੋਂ ਨਿਕਲ ਜਾਣ ਤਾਂ ਨੋ ਟੈਨਸ਼ਨ, ਬੜੇ ਆਰਾਮ ਨਾਲ ਨਿਕਲ ਜਾਣਗੇ। ਜੇ ਦੇਖੋ ਬਿਮਾਰੀ ਮੇਰੀ ਚੰਗੀ ਹੋ ਜਾਏ, ਬੜੇ ਆਰਾਮ ਨਾਲ ਬਿਮਾਰੀ ਚੰਗੀ ਹੋ ਜਾਏ। ਪਰ ਜੇ ਦੇਖੋ ਵੀ ਮੈਨੂੰ ਸੰਦੀਪ ਦੇ ਜੀਵਨ ਮਿਲ ਜਾਵੇ, ਪਰਮੇਸ਼ਰ ਮਿਲ ਜਾਵੇ, ਤੇ ਉਹ ਕਦਾ ਵੀ ਨਹੀਂ ਹੋ ਸਕਦਾ। ਹਾਲੇਲੂਇਆ। ਯਿਸੂ ਮਸੀਹ ਨੇ ਕਿਹਾ ਜੇ ਤੁਸੀਂ ਤੌਬਾ ਨਾ ਕਰੋ, ਤੁਹਾਡਾ ਇਸੇ ਤਰ੍ਹਾਂ ਸਭਨਾਂ ਦਾ ਜੀਵਨ ਜਾਵੇਗਾ ਨਾਸ਼ ਹੋ। ਬਰਕਤ ਦੇਵੇ। ਪੜਾਂਗੇ ਦੂਸਰੀ ਲਿਖੋ, ਪੜ੍ਹੀਏ। ਅਤੇ ਉਹਨੇ ਨਿਗਾਹ ਕਰਕੇ ਵੇਖਿਆ ਭਈ ਲੀਸਾ ਦੇ ਦੁਆਲੇ ਤਾਂ ਪਹਾੜ ਅਗਨ ਦੇ ਘੋੜਿਆਂ ਦੇ ਰਥਾਂ ਨਾਲ ਭਰਿਆ ਹੋਇਆ ਹੈ। ਹਾਲੇਲੂਇਆ। ਜਦੋਂ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰੋਗੇ ਪਰਮੇਸ਼ਰ ਦੇ ਸਾਹਮਣੇ, ਤੇ ਲਿਖਿਆ ਉਹਨਾਂ ਦੀਆਂ ਫੌਜਾਂ ਨੂੰ ਪਰਮੇਸ਼ਰ ਦੇ ਦੂਤਾਂ ਦੀਆਂ ਫੌਜਾਂ ਨੇ ਘੇਰ ਰੱਖਿਆ ਸੀ। ਹਰ ਇੱਕ ਦੇ ਉੱਤੇ ਉਹਨਾਂ ਨੇ ਆਪਣਾ ਹੱਥ ਰੱਖਿਆ ਸੀ। ਕਹਿ ਸਕਦੇ ਹੋ ਤਲਵਾਰ ਰੱਖੀ ਹੋਵੇਗੀ ਜੋ ਸਵਰਗ ਦੀ ਤਲਵਾਰ ਆ। ਹਾਲੇਲੂਇਆ। ਤੇ ਉਹਨਾਂ ਦੀਆਂ ਫੌਜਾਂ ਨੂੰ ਤਲਵਾਰ ਦੂਤਾਂ ਦੀਆਂ ਫੌਜਾਂ ਨੇ ਘੇਰ ਲਿਆ ਸੀ। ਪੜੀਏ। ਤਦ ਉਹ ਅਲੀਸਾ ਦੀ ਵੱਲ ਆਉਣ ਲੱਗੇ, ਤਦ ਉਹ ਅਲੀਸ਼ਾ ਦੇ ਵੱਲ ਜਦੋਂ ਵਧਣ ਲੱਗੇ, ਤਾਂ ਅਲੀਸਾ ਨੇ ਝੋਲ ਦੇ ਅੱਗੇ ਬੇਨਤੀ ਕੀਤੀ ਤੇ ਆਖਿਆ। ਆਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜਦੋਂ ਸ਼ੈਤਾਨ ਤੁਹਾਡੇ ਵੱਲ ਵਧੇਗਾ, ਜਦੋਂ ਬਿਮਾਰੀਆਂ ਤੁਹਾਡੇ ਵੱਲ ਵਧਣਗੀਆਂ, ਜਦੋਂ ਕਸ਼ਟ ਤੁਹਾਡੇ ਵੱਲ ਵਧੇਗਾ, ਹਾਲੇਲੂਇਆ, ਤੇ ਯਾਦ ਰੱਖੋ ਫਿਰ ਤੁਸੀਂ ਪ੍ਰਾਰਥਨਾ ਦੇ ਬੇਨਤੀ ਵਿੱਚ ਹੋਣੇ ਚਾਹੀਦੇ। ਆਮੀਨ। ਤੇ ਲਿਖਿਆ ਪਰ ਅਲੀਸ਼ਾ ਨੇ ਬੇਨਤੀ ਕੀਤੀ ਸਵਰਗ ਵੱਲ ਨੂੰ ਹੱਥ ਕਰਕੇ, ਤੇ ਕੀ ਆਖਿਆ ਉਸਨੇ? ਪੜੀਏ। ਕਿ ਇਸ ਕੌਮ ਨੂੰ ਇੱਕਦਮ ਅੰਨੀ ਕਰ ਦੇ, ਇਸ ਕੌਮ ਨੂੰ ਇੱਕਦਮ ਅੰਨ੍ਹਿਆ ਕਰ ਦੇ। ਹਾਲੇਲੂਇਆ। ਤੇ ਕੀ ਤੁਸੀਂ ਪ੍ਰਾਰਥਨਾ ਕਰਕੇ ਇਹ ਨਹੀਂ ਕਹਿ ਸਕਦੇ ਇਸ ਦੁਸ਼ਟ ਨੂੰ ਜਿਹੜਾ ਮੇਰੇ ਵੱਲ ਆ ਰਿਹਾ, ਖੁਦਾਵੰਦ ਇਸ ਨੂੰ ਅੰਨ੍ਹਿਆ ਕਰ ਦੇ। ਹਾਲੇਲੂਇਆ। ਖੁਦਾਵੰਦ ਇਸ ਨੂੰ ਨਾਸ਼ ਕਰ ਦੇ, ਕਿ ਜਿਹੜਾ ਫਾਇਰ ਦੀ ਵੱਡੀ ਸਾਮਤ ਇਸ ਨੂੰ ਜਲਾ ਕੇ ਰੱਖ ਕਰੇ। ਕੀ ਤੁਸੀਂ ਪ੍ਰਾਰਥਨਾ ਨਹੀਂ ਕਰ ਸਕਦੇ? ਕੀ ਤੁਸੀਂ ਵਿਸ਼ਵਾਸ ਨਹੀਂ ਰੱਖ ਸਕਦੇ? ਹਾਲੇਲੂਇਆ। ਇੱਕ ਸਿੱਧ ਵਿਸ਼ਵਾਸ शैतान को जला कर राख कर सकता है, बीमारियों को तोड़ सकता है, हर एक चीज कर सकता है, मुर्दे के अंदर जीवन दान दे सकता है। हालेलुया। पर ਤੁਹਾਡੇ ਅੰਦਰੋਂ ਵਿਸ਼ਵਾਸ ਰੱਖਣਾ ਕੀ ਆ? ਬਹੁਤ ਜ਼ਰੂਰੀ ਆ। ਉਸ ਨੂੰ ਜਾਗਰ ਕਰੋ। ਜਾਗਰ ਉਸਨੇ ਕਿਹਾ ਪ੍ਰੈਕਟੀਕਰਨ ਕਲੀਸਿਆ ਦੇ ਅੰਦਰ ਆ, ਪ੍ਰੈਕਟੀਕਰਨ ਪਰਮੇਸ਼ਰ ਦੀ ਦੁਲਹਨ ਦੇ ਅੰਦਰ ਆ, ਪ੍ਰੈਕਟੀਕਰਨ ਪਰਮੇਸ਼ਰ ਦੀ ਬ੍ਰਾਈਡ ਦੁਲਹਨ ਦੇ ਅੰਦਰ ਆ। ਹਾਲੇਲੂਇਆ। ਕਹਿੰਦਾ ਜਿਹੜੇ ਪਰਮੇਸ਼ਰ ਦੇ ਮੁੱਲ ਲਏ ਹੋਏ ਨੇ, ਹਰ ਇੱਕ ਚੀਜ਼ ਉੱਤੇ ਕੀ ਪਾਉਂਗੇ? ਉਹ ਫਤਿਹ। ਮੈਂ ਵਿਸ਼ਵਾਸ ਕਰਦਾ ਤੁਸੀਂ ਸਾਰੇ ਯਿਸੂ ਮਸੀਹ ਦੇ ਲਹੂ ਦੇ ਨਾਲ ਮੁੱਲ ਲਏ ਹੋਏ ਹੋ, ਔਰ ਹਰ ਇੱਕ ਚੀਜ਼ ਤੇ ਤੁਸੀਂ ਫਤਿਹ ਪਾ ਸਕਦੇ ਹੋ। ਔਰ ਤੁਹਾਡੇ ਅੰਦਰ ਇੱਕ ਸ਼ਕਤੀ ਆ ਜਿਹੜੀ ਤੁਸੀਂ ਕਦੇ ਉਸ ਨੂੰ ਬਾਹਰ ਨਹੀਂ ਕੱਢਦੇ। ਆਪਾਂ ਕੀ ਲਿਖਤ ਪੜ੍ਹੀ ਸੀ ਮਰਕੁਸ ਦੇ ਜੀਵਨ ਦੇ ਅੰਦਰ? ਇਹ ਸੇਵਾਦਾਰ ਦੀ ਲਿਖਤ ਨਹੀਂ ਆ, ਇਹ ਵਿਸ਼ਵਾਸੀਆਂ ਦੀ ਲਿਖਤ ਆ। ਫਿਰ ਦੁਬਾਰਾ ਤੋਂ ਮਰਕੁਸ 16 ਨੂੰ ਪੜਾਂਗੇ, ਹੱਥ ਰੱਖਾਂਗੇ ਇੱਥੇ। और दो लिखता नाल इस संदेश को पूरा करने जा रहे हैं, क्योंकि मैं समझता हाँ कि ज़्यादा लोड नहीं है बहुत लिखता बयान करने। ਜਿਹੜਾ ਨੀਚਾ ਕਰੇ ਤੇ ਬਸ ਨਾ ਲਵੇ। और याद रखो कि विश्वासी की गल हो रही है। परमेश्वर कह रहा जेड़ा विश्वासी जेड़ा नीचा करेगा बपतिस्मा लवेगा, विश्वासी होगा, ईमानदार होगा। पढ़िए
ਜਿਹੜਾ ਨੀਚਾ ਕਰੇ ਅਤੇ ਵਸ ਨਾ ਲਵੇ ਉਹ ਬਚਾਇਆ ਜਾਵੇਗਾ ਉਹ ਬਚਾਇਆ ਜਾਵੇਗਾ। ਔਰ ਜਿਹੜਾ ਪ੍ਰਤੀਤ ਨਾ ਕਰੇ ਉਸ ਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਜੀ ਪੜ੍ਹੀਏ। ਅਤੇ ਨੀਚਾ ਕਰਨ ਵਾਲੇ ਨਾਲ ਇਹ ਨਿਸ਼ਾਨ ਹੋਣਗੇ ਉਹ ਬਪਤਿਸਮਾ ਲੈਣ ਵਾਲੇ ਦੇ ਨਾਲ, ਵਿਸ਼ਵਾਸ ਕਰਨ ਵਾਲੇ ਦੇ ਨਾਲ ਇਹ ਨਿਸ਼ਾਨ ਹੋਣਗੇ। ਜੋ ਮੇਰਾ ਨਾਮ ਲੈ ਕੇ ਭੂਤਨ ਕੱਢਣਗੇ ਉਹ ਪ੍ਰਾਰਥਨਾ ਕਰਨਗੇ ਤੇ ਭੂਤ ਚਲਾ ਜਾਏਗਾ, ਪਰ ਉਹਨਾਂ ਦੇ ਜੀਵਨ ਦੇ ਅੰਦਰ ਭੂਤ ਨਹੀਂ ਆਵੇਗਾ। ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ ਉਹ ਪਰਮੇਸ਼ਰ ਦੇ ਕੋਲ ਇੱਕ ਨਵੀਂ ਸਾਮਰਥ ਪਾਉਣਗੇ ਪੜਾਈ ਭਾਖਿਆ ਦੀ। ਉਹ ਸੱਪਾਂ ਚੁੱਕ ਲੈਣਗੇ ਉਹ ਸੱਪਾਂ ਨੂੰ ਚੁੱਕ ਲੈਣਗੇ। ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਔਰ ਜੇ ਕਦੇ ਜ਼ਹਿਰੀਲੀ ਚੀਜ਼ ਉਹਨਾਂ ਦੇ ਅੰਦਰ ਚਲੀ ਵੀ ਜਾਵੇ, ਤਾਂ ਉਹਨਾਂ ਦਾ ਕੁਝ ਨਹੀਂ ਵਿਚਲੇਗਾ। ਮੈਂ ਫਿਰ ਦੁਬਾਰਾ ਤੋਂ ਉਸ ਗਵਾਹੀ ਨੂੰ ਨਵਾਂ ਕਰਨਾ ਚਾਹੁੰਦਾ ਹਾਂ। ਜੋ ਬੇਟੀ ਸ਼ਰੋਂ ਦੇ ਅੰਦਰ ਇੱਕ ਸ਼ੀਸ਼ਾ ਟੁਕੜਾ ਜਿਹੜਾ ਸੀ ਅੰਦਰ ਚਲਿਆ ਗਿਆ ਸੀ, ਔਰ ਤੁਸੀਂ ਸਮਝਦੇ ਹੋ, ਡਾਕਟਰਾਂ ਨੂੰ ਜਾ ਕੇ ਪੁੱਛੋ ਕਿ ਜਦ ਇੱਕ ਕੱਚ ਦਾ ਟੁਕੜਾ ਅੰਦਰ ਚਲਿਆ ਜਾਵੇ ਤਾਂ ਕਿੰਨਾ ਹਾਨੀਕਾਰਕ ਹੋ ਸਕਦਾ ਹੈ। ਹਾਲੇਲੂਇਆ। ਇਹ ਬੇਟੀ ਕੋਈ ਜਾਦੂਗਰ ਨਹੀਂ ਆ ਕਿ ਕੱਚ ਖਾ ਲੇਗੀ, ਲੋਹਾ ਖਾ ਲੇਗੀ। ਹਾਲੇਲੂਇਆ। ਕਿ ਤੁਹਾਡੀ ਅੱਖਾਂ ਦੇ ਸਾਹਮਣੇ ਤੁਹਾਡੀ ਅੱਖਾਂ ਨੂੰ ਬੰਦ ਹੋਵੇਗੀ ਕਿ ਕੁਝ ਐਸਾ ਕਰਕੇ ਦਿਖਾ ਦੇਗੀ ਕਿ ਉਹਨੂੰ ਕੁਝ ਨਹੀਂ ਹੋਵੇਗਾ। ਹਾਲੇਲੂਇਆ। ਪਰਮੇਸ਼ਰ ਦੇ ਬਚਨ ਨੇ ਕੀ ਲਿਖਿਆ? ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਹਾਲੇਲੂਇਆ। ਤੂੰ ਬਸ ਤੇਰਾ ਘਰ ਨਾ ਬਚਾਇਆ, ਜਦੋਂ ਉਸ ਦਾ ਮਾਤਾ ਪਿਤਾ ਵਿਸ਼ਵਾਸ ਕਰੇਗਾ ਤਾਂ ਯਾਦ ਰੱਖੋ ਉਸ ਦੇ ਬੱਚੇ ਦੀ ਰੱਖਿਆ ਕੌਣ ਕਰੇਗਾ? ਸਰਵ ਸ਼ਕਤੀਮਾਨ ਪਰਮੇਸ਼ਰ ਕਰੇਗਾ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਉਸ ਦਾ ਵਾਅਦਾ ਹੈ, ਧਰਮੀ ਦੇ ਬੱਚੇ ਉਸ ਦੀ ਮੇਜ਼ ਦੇ ਦੀ ਹੋਣਗੇ ਅਤੇ ਉਹ ਆਸ਼ੀਸ਼ਾਂ ਦੇ ਆਸ਼ੀਸ਼ਾਂ ਅਤੇ ਬਰਕਤਾਂ ਦੇ ਬਰਕਤਾਂ ਕੀ ਕਰਨਗੇ? ਵੀ ਪਾਉਣਗੇ। ਆਮੀਨ। ਤੇ ਫਿਰ ਸ਼ੀਸ਼ੀ ਅੰਦਰ ਜਿਹੜੀ ਚਲੀ ਗਈ, ਡਾਕਟਰ ਬੇਸ਼ੱਕ ਜੋ ਕੁਛ ਮਰਜ਼ੀ ਕਰੇ, ਭਾਵੇਂ ਜੋ ਮਰਜ਼ੀ ਕਰੇ, ਲੇਕਿਨ ਉਹ ਕੱਢ ਨਹੀਂ ਸਕਦੇ। ਆਮੀਨ। ਇੱਕ ਮੱਛਲੀ ਜਿਸ ਦੇ ਅੰਦਰ ਬੜਾ ਗਰਮੈਸ਼ ਹੁੰਦੀ ਆ, ਕਿ ਯੋਨਾ ਨੂੰ ਕੋਈ ਨੁਕਸਾਨ ਪਹੁੰਚਾ ਗਈ? ਕਿ ਹਨੇਰਾ ਉਸਦਾ ਕੁਛ ਕਰ ਸਕਿਆ? ਨਹੀਂ ਕਰ ਸਕਿਆ। ਸਗੋਂ ਮਛਲੀ ਨੇ ਉਸਦੀ ਕੀ ਕੀਤੀ? ਹਿਫਾਜ਼ਤ ਰਾਖੀ की। जब इस बेटी में उल्टी आई और कांच का टुकड़ा फंस गया। हालेलुया। बहुत सारी बरकत दे। डॉक्टर बेशक अगर मैं ऑपरेशन करना चाहता हूँ, क्योंकि वो भी गवाही में सुनिया होगा जो एक बेटी साड़ी बेटी पायल ने स्थान के उत्ते आई, उस गवाही में चंगी तरह सुनिया होगा। जो नवे ने मैं दसना चाहता हाँ, एक बेटे ने अपने कान के अंदर मोती ले लिया और मोती इस स्थान के उत्ते आ गए और वो बेचारे दीना नगर ने कह लगे कि पास साहब बच्चे का मोती जोड़ा ही वो कान के चला गया और मैं मोती परोर ही सा और बच्चे ने मोती कान के पा लिया और मोती इतने चला गया। मैं कहा कि डॉक्टर को खा लो, शायद वो कट देगा। कहते कि ठीक है। मैं कहा मोती है कितने का? कहते पास्टर जी उत्थे आ गया। मैं कितने कितने कहते गाल तो कान तो थले चले गया। मैं अच्छा। थोड़ी देर बाद कहते पास्टर जी गले तक चले गया। मैं जी साफ नजर आ रहा है? कहते साफ नजर आ रहा है। मैं कितने बैठे हो? कहते जी अभी क्लीनिक से बैठे हैं डॉक्टर साहब। मैं भी बच्चे का सिर किधर ਨੂੰ? कहते मेरा साइड है। मैं कहा जिधर मोती है उस साइड पर सिर करो। उन्होंने उस साइड से सिर किया और प्रार्थना की और मोती उन्होंने हाथ में। हालेलुया। डॉक्टर की कह रहे हैं ऑपरेशन करना। हालेलुया। तो उस टाइम मैं कहा कि कहते भाई मोती निकल गया। मैं फटाफट अपने घर पर जो उन्होंने पर्ची काट देनी। हालेलुया। मैं उन्हें कहना मैं किया सब कुछ, मैं फटाफट चल जाओ, सर्व शक्तिमान में विश्वास करो, ये सुनसी सब कुछ कर सकता। हालेलुया। तो उसका बेटा गुंगा सी, दसी ने गवाही सुनाई ना उन्होंने, और उसनों का महीना नहीं लगा, कोई 20 दिन नहीं लगे, जिस दिन वो बेटी मैनू मिली माधोपुर दे विच किसी दे रिश्तेदार के घर में आई सी और उस दिन कह रही मेरा बेटा सिर्फ कां बोलता है। मैं कहा भी अज ही रात 12 बजे ये बेटा तेन मां कहेगा। और दूसरी गल तू कहनी है कि 5 साल तूने रोटी नहीं खाधी, रात में 12 बजे रोटी मंगेगा, सोई ना। मैं जे तू मां है ना तो फिर सोई ना, तेरा बेटा 5 बजे 12 बजे रात रोटी मंगेगा और मां कहेगी। और उसने मां कह के उसने बुलाया और उसने रोटी मंगी, उसने रोटी देती। आज भी वो गवाही उसने गवाही देती, सब जानते। हालेलुया। हालेलुया। अगर तुम्हारे अंदर विश्वास है तो प्रभु का यीशु मसीह ने कहा कि पहाड़ में कोई स्थान उत्ते चला जा, अति वो चला जाए। थोड़े पीछे देखो बेटा किस तरह रखा व्हील चेयर में, ध्यान देखो पीछे देखो, उसी बड़े आराम में बैठी हुई व्हील चेयर पे देखो किस तरह देख रहे हो चेहरे में। आओ थोड़ी देर के लिए बच्चों को असी शॉर्ट करते हुए छोटी गवाही देते हैं। मैं बच्चों को समाप्त करने वाला हाँ, तो तुम बहुत सारी बरकत दे। आप जरूर उठो भाई, मैं दसना चाहता कि अगर कल में बच्चा चंगा होता है व्हील चेयर तो, और परमेश्वर की गवाही तुम चंगी तरह देखो व्हील चेयर के उत्ते बच्चा कितने साल तो यह बच्चा व्हील चेयर के उत्ते, कितनी देर तो यह बच्चा व्हील चेयर के उत्ते है,
3 ਸਾਲ ਹੋ ਗਏ महाराज 3 ਸਾਲ ਤੋਂ ਇਹ ਬੱਚਾ ਵੀਲ ਚੇਅਰ ਦੇ ਉੱਤੇ ਆ ਔਰ 3 ਸਾਲ ਦੇ ਵਿੱਚ ਚੱਲਿਆ ਨਹੀਂ। नहीं ਕੀ ਪ੍ਰੋਬਲਮ ਹੋਈ ਸੀ ਇਹਨੂੰ, ਕੀ ਹੋਇਆ? और रीढ़ की हड्डी टूट गया था ਇਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਇਸ ਥਾਂ ਦੇ ਉੱਤੋਂ। ਅੱਗੇ ਦੱਸੀਏ। तो पीजीआई लेकर गया तो वहाँ जुड़ा दिया था ਇਹ ਬੱਚਾ ਪੀਜੀਆਈ ਦੇ ਵਿੱਚ ਆਪਰੇਸ਼ਨ ਹੋ ਚੁੱਕਿਆ ਹੈ ਔਰ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਚੁੱਕੀ ਹੈ ਇੱਥੋਂ। ਮੈਂ ਸਮਝਦਾ ਜਿਸ ਦੀ ਰੀੜ੍ਹ ਦੀ ਹੱਡੀ ਟੁੱਟ ਜਾਏ, ਜਿੱਥੋਂ ਹੁੰਦੀ ਮੰਡਣਾ ਟੁੱਟ ਜਾਏ ਤੇ ਉਹ ਮਰ ਜਾਂਦਾ ਹੈ, ਪਰ ਇੱਕ ਪਰਮੇਸ਼ਰ ਨੇ ਫਿਰ ਉਸ ਨੂੰ ਜੀਵਨ ਦਾਨ ਦਿੱਤਾ ਹੈ, ਸ਼ਾਇਦ ਖੁਦਾ ਦੀ ਇੱਛਾ ਸਿਰ ਚਾਹੁੰਦੇ ਨੇ। ਹਾਲੇਲੂਇਆ। ਵਿਸ਼ਵਾਸ ਕਰਦਾ ਮੈਨੂੰ ਅੱਜ ਵੀ ਇੱਕ ਗੱਲ ਚੇਤੇ ਆਉਂਦੀ ਆ। ਮਾਰਾਡੋਨ ਦੇ ਵਿੱਚ ਭਾਗੂ ਕਰਕੇ ਇੱਕ ਜੱਟ ਸੀਗਾ ਔਰ ਉਹ ਮੰਜੀ ਦੇ ਲੈਟਰਿਨ ਬਾਥਰੂਮ ਸਭ ਕੁਝ ਕਰਦਾ ਸੀ ਤੇ 5 ਸਾਲ ਤੋਂ ਉਹ ਇੱਕ ਬੈੱਡ ਦੇ ਉੱਤੇ ਸੀ। ਪਰ ਇੱਕ ਡਰਾਈਵਰ ਭਾਈ ਸਾਡਾ ਸੈਲੀ ਕੁਲੀਆਂ ਦੇ ਵਿੱਚੋਂ ਉਸਨੇ ਮੈਨੂੰ ਬੁਲਾਇਆ ਔਰ ਉਸਨੇ ਕਿਹਾ ਭਾਈ ਜੀ ਮੇਰਾ ਦੋਸਤ ਹੈ ਔਰ ਉਹ ਡਰਾਈਵਰ ਹੈ ਔਰ ਮੈਂ ਚਾਹੁੰਦਾ ਹਾਂ ਕਿ ਉਹ ਲੈਟਰਿਨ ਬਾਥਰੂਮ ਉੱਥੇ ਕਰਦਾ ਔਰ ਬੜੀ ਗੰਦਗੀ ਹੈ, ਬੜੇ ਬੁਰੇ ਹਾਲ ਆ ਔਰ ਉਹ ਆਦਮੀ ਜਿਹੜਾ ਬਹੁਤ ਮੁਸੀਬਤ ਦੇ ਅੰਦਰ ਹੈ ਔਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹਦੀ ਪ੍ਰੇਅਰ ਕਰੋ। ਤਾਂ ਮੈਨੂੰ ਪਤਾ ਹੈ ਕਿ ਨਾਨੀ ਤੁਹਾਡੇ ਘਰ ਵਿੱਚ ਆਉਂਦਾ ਹੁੰਦਾ ਸੀ ਭਾਗੂ, ਜਿਹੜਾ ਭਾਈ ਨਿੱਕਾ ਲੈ ਕੇ ਆਇਆ, ਜਿਹੜੇ ਚੁੱਕ ਕੇ ਲੈ ਕੇ ਆਉਂਦੇ ਨੇ ਮੁੜ ਕੇ ਤੁਰ ਕੇ ਆਉਂਦਾ ਹੈ। ਹਾਲੇਲੂਇਆ। ਚੰਗੀ ਤਰ੍ਹਾਂ ਸ਼ਾਇਦ ਜਾਣਦੇ ਹੋਗੇ ਕੋਈ ਯਾਦ ਕਰੋ ਹੋਵੇ। ਯਾਦ ਰੱਖੋ ਉਹ ਆਦਮੀ ਡਬਲ ਸਟੋਰੀ ਸੀ। ਇਸ ਤਰ੍ਹਾਂ 5 ਸਾਲ ਤੋਂ ਬੈੱਡ ਦੇ ਉੱਤੇ ਸੀ ਔਰ ਕੋਈ ਕਹਿ ਨਹੀਂ ਸਕਦਾ ਕਿ ਇਹ ਆਦਮੀ ਕਦੀ ਤੁਰਿਆ ਹੋਵੇਗਾ, ਤੁਰ ਪਵੇਗਾ 5 ਸਾਲ ਤੋਂ। ਲੱਖਾਂ ਯਤਨ ਕੀਤੇ ਉਹਨਾਂ ਨੇ, ਕੋਈ ਬਾਬਾ ਨਹੀਂ ਛੱਡਿਆ, ਕੋਈ ਡਾਕਟਰ ਨਹੀਂ ਛੱਡਿਆ, ਕੋਈ ਟੈਕਨੀਕ ਨਹੀਂ ਛੱਡੀ ਉਸ ਬੰਦੇ ਨੂੰ। ਲੇਕਿਨ ਮੈਂ ਕਿਹਾ ਹੁਣ ਥੋੜੀ ਦੇਰ ਦੇ ਲਈ ਇਸ ਨੂੰ ਆਟੋ ਵਿੱਚ ਪਾ ਕੇ ਚੁੱਕ ਕੇ ਤੁਸੀਂ ਇੱਥੇ ਲੈ ਕੇ ਆਉਣਾ ਤੇ ਉਸ ਨੂੰ ਬਿਠਾਉਣਾ, ਢੋਲ ਲਾ ਕੇ ਬਿਠਾਉਣਾ। ਤੇ ਮੈਂ ਕਿਹਾ ਤੁਹਾਨੂੰ ਵਧੀਆ ਗੱਲ ਦੱਸਣਾ ਚਾਹੁੰਦਾ, 1 ਮਹੀਨੇ ਦੇ ਅੰਦਰ ਅੰਦਰ ਉਹ ਬੰਦਾ ਮਾਰਾਡੋਨ ਤੋਂ ਤੁਰ ਕੇ ਚਰਚ ਵਿੱਚ ਆਉਂਦਾ ਹੈ। ਹਾਲੇਲੂਇਆ। ਹਾਲੇਲੂਇਆ। ਤੁਹਾਨੂੰ ਬਰਕਤ ਦੇਵੇ। ਪਹਿਲੇ ਉਸ ਨੂੰ ਚੁੱਕ ਕੇ ਲਿਆਉਂਦੇ ਰਿਹਾ ਕਿਉਂਕਿ ਮਾਰਾਡੋਨ ਤੋਂ ਤੁਰ ਕੇ ਉਹ ਉੱਥੇ ਆਉਂਦਾ ਰਿਹਾ ਔਰ ਕਾਫੀ ਸਾਲ ਤੱਕ ਜਿੰਦਾ ਰਿਹਾ। ਹਾਲੇਲੂਇਆ। ਤੁਹਾਡੇ ਸਾਥ ਹੋਣੀ ਪੈਰ ਜਾਈਏ। ਕੀ ਬੇਟੇ ਦਾ ਨਾਮ ਕੀ ਹੈ? हाँ जी ਬੇਟੇ ਦਾ ਨਾਮ मेरा नाम ਬੇਟੇ ਦਾ ਨਾਮ ਤੁਸੀਂ ਬਣਾ ਦਿਓ। अंगद अंगद ਅੰਗਦ जी सर ਨਾਂ ਤੇ ਅੰਗਦ ਹੈ। ਨਾਂ ਤੇ ਬਹੁਤ ਜ਼ਬਰਦਸਤ ਹੈ। ਅੰਗਦ ਬਾਰੇ ਜਾਣਦੇ ਹੋ? ਅੰਗਦ ਬਾਰੇ ਅੰਗਦ ਇੱਕ ਪਾਵਰ ਨੂੰ ਦਰਸਾਉਂਦਾ ਹੈ। ਮੈਂ ਤਾਂ ਗੱਲ ਨਹੀਂ ਕਰਨਾ ਚਾਹੁੰਦਾ ਕਿ ਮੈਂ ਟੁੱਟਦੇ ਹਾਂ ਨਾ। ਅੰਗਦ ਦੇ ਪੈਰ ਜਮਾਉਣਾ ਨਾ ਉਹ ਰਾਮੀ ਦੇ ਟੁੱਟਦੇ ਨਾ ਤੇ ਉਹ ਕਹਿੰਦਾ ਵੀ ਮੇਰੇ ਪੈਰ ਨੂੰ ਟੁੱਟ ਸਕਦਾ ਪਾਵਰ, ਪਰ ਇਹ ਵਿਚਾਰੇ ਨੂੰ ਪਾਵਰ ਕਰਨਾ। ਇਹ ਅੰਗਦ 'ਚ ਤੇ ਉਹ ਅੰਗਦ 'ਚ ਬੜਾ ਫਰਕ ਹੈ। ਇਹ ਵਿਚਾਰੇ ਦਾ ਪੈਰ ਤੇ ਕੀ, ਇਹ ਵਿਚਾਰਾ ਆਪ ਹੀ ਨਹੀਂ ਉੱਠ ਸਕਦਾ। ਪਰ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਬੱਚਾ ਚੰਗਾ ਹੋ ਜਾਏਗਾ? ਆਮੀਨ। ਹਾਲੇਲੂਇਆ। ਹਾਲੇਲੂਇਆ। ਮੈਂ ਸਮਝਦਾ ਹਾਂ ਕਿ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਬੱਚਾ ਚੱਲ ਕੇ ਪ੍ਰਭੂ ਦੀ ਆਰਾਧਨਾ ਕਰੇਗਾ ਤੇ ਲਿਖਿਆ ਜੋ ਕੁਝ ਤੁਸੀਂ ਇੱਕ ਮਨ ਜਾਣੋ ਕਿ ਕਰੋਗੇ ਸੋ ਹੋ ਜਾਏਗਾ। ਆਮੀਨ। ਹਾਲੇਲੂਇਆ। ਹਾਲੇਲੂਇਆ। ਤੁਹਾਨੂੰ ਬਰਕਤ ਦੇਵੇ। ਆਓ ਅੰਗਦ ਦੇ ਲਈ ਦੁਆ ਕਰਾਂਗੇ। ਬੱਚੇ ਨੂੰ ਕਲੋਜ਼ ਕਰਦੇ ਹਾਂ। ਤੁਹਾਨੂੰ ਆਸ਼ੀਸ਼ ਦੇਵੇ।